ਸਵਾਗਤ। ਡੀਡੀ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਮੈਂ ਹਾਂ ਚਰਨਜੀਤ ਜੋਗੀ। ਜਦੋਂ ਨਿੱਕੇ ਹੁੰਦੇ ਸੀ ਨਾ, ਸਕੂਲ ਪੜ੍ਹਨ ਜਾਂਦੇ ਹੁੰਦੇ ਸੀ ਤਾਂ ਸਭ ਤੋਂ ਵੱਡਾ ਸਾਨੂੰ ਡਰ ਦੋ ਵਿਸ਼ਿਆਂ ਤੋਂ ਲੱਗਦਾ ਹੁੰਦਾ ਸੀ। ਇੱਕ ਤਾਂ ਹੁੰਦਾ ਸੀ ਹਿਸਾਬ, ਗਣਿਤ ਜਿਹਨੂੰ ਕਹਿੰਦੇ ਆਪਾਂ, ਔਰ ਦੂਸਰਾ ਹੁੰਦਾ ਸੀ ਸਾਇੰਸ, ਵਿਗਿਆਨ। ਸੱਚਮੁੱਚ ਇਹ ਵਿਸ਼ੇ ਐਸੇ ਹੁੰਦੇ ਸੀ ਕਿ ਜਿਨ੍ਹਾਂ ਦੇ ਨਾਲ ਸਾਡੀ ਕਦੇ ਬਣਦੀ ਨਹੀਂ ਸੀ ਹੁੰਦੀ। ਪਤਾ ਨਹੀਂ ਸਾਨੂੰ ਕਿਉਂ ਇਹਨਾਂ ਤੋਂ ਖੌਫ ਆਉਂਦਾ ਹੁੰਦਾ ਸੀ। ਹੈਂ ਜੀ, ਅੱਜ ਦੇ ਬੱਚੇ ਨੂੰ ਵੀ ਆਉਂਦਾ? ਕੋਈ ਗੱਲ ਨਹੀਂ, ਅਸੀਂ ਅੱਜ ਜਿਸ ਮਾਹਰ ਨੂੰ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ ਨਾ, ਉਹ ਤੇ ਇਹਨਾਂ ਵਿਸ਼ਿਆਂ ਨੂੰ ਇੱਕ ਖੇਡ ਸਮਝਦਾ ਹੈ। ਔਰ ਉਹ ਖੇਡ ਦੇ ਵਿੱਚ ਐਸੀ ਪੜ੍ਹਾਈ ਕਰਵਾ ਜਾਂਦੇ ਆ ਕਿ ਬੱਚੇ ਉਹਨਾਂ ਦੇ ਸਕੂਲ ਦੇ ਵਿੱਚ ਸਪੈਸ਼ਲ ਇਹੀ ਕਹਿੰਦੇ ਆ ਕਿ ਜੇਕਰ ਅਸੀਂ ਪੜ੍ਹਨਾ ਤਾਂ ਇਹਨਾਂ ਦੇ ਕੋਲੋਂ ਪੜ੍ਹਨਾ, ਕਿਉਂਕਿ ਖੇਡਾਂ ਦੇ ਵਿੱਚ ਉਹ ਹਿਸਾਬ ਦੇ ਔਖੇ ਫਾਰਮੂਲੇ ਵੀ ਸਮਝਾ ਜਾਂਦੇ ਆ ਤੇ ਨਾਲ ਦੀ ਨਾਲ ਜੋ ਵਿਗਿਆਨ ਦੀਆਂ ਵੱਖਰੀਆਂ ਜੋ ਹੁੰਦੀਆਂ ਨੇ, ਉਹ H2O, ਉਹ ਸਾਰਾ ਕੁਝ ਹੀ ਸਮਝਾ ਜਾਂਦੇ ਨੇ। ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਗੱਲਾਂ ਤੇ ਗੀਤ ਵਿੱਚ ਗੱਲਾਂ ਕਰਨ ਵਾਸਤੇ ਬੁਲਾਇਆ ਜੀ ਡਾਕਟਰ ਜਸਵਿੰਦਰ ਸਿੰਘ ਹੁਣਾਂ ਨੂੰ, ਜਿਹੜੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਪਟਿਆਲਾ ਦੇ ਵਿੱਚ ਇਸ ਵੇਲੇ ਭੌਤਿਕ ਵਿਗਿਆਨ ਪੜ੍ਹਾ ਰਹੇ ਨੇ। ਔਰ ਉਹਨਾਂ ਨੇ ਬਹੁਤ ਵੱਡੇ ਮਾਰਕੇ ਮਾਰੇ ਨੇ ਆਪਣੇ ਖੇਤਰ ਦੇ ਵਿੱਚ। ਉਹਨਾਂ ਨੂੰ ਨੈਸ਼ਨਲ ਅਵਾਰਡ ਵੀ ਮਿਲ ਚੁੱਕਿਆ ਔਰ 2 ਵਾਰ ਸਟੇਟ ਅਵਾਰਡ ਵੀ ਮਿਲ ਚੁੱਕਿਆ, ਔਰ ਸਿੱਖਿਆ ਰਤਨ ਇੱਕ ਅਵਾਰਡ ਜਿਹੜਾ ਉਹ ਵੀ ਉਹਨਾਂ ਦੀ ਝੋਲੀ ਪਿਆ। ਬਹੁਤ ਲੰਮੀ ਲਿਸਟ ਆ, ਕੋਈ ਲਗਭਗ ਜੇਕਰ ਆਪਾਂ ਪੜ੍ਹਨ ਬਹਿ ਜਾਈਏ ਤਾਂ ਕੋਈ ਇੱਕ ਕਿਤਾਬ ਦੇ ਜਿੰਨੇ ਸਫ਼ੇ ਬਣਦੇ ਨੇ ਕਿ ਜਿਹੜੇ ਇਹਨਾਂ ਦੀ ਸ਼ਖਸੀਅਤ ਦੇ ਉੱਪਰ ਲਿਖੇ ਗਏ ਨੇ ਔਰ ਭਰੇ ਪਏ ਨੇ। ਔਰ ਇਸ ਵੇਲੇ ਸਾਡੇ ਨਾਲ ਨੇ ਡਾਕਟਰ ਜਸਵਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਔਰ ਜੇਕਰ ਮੈਂ ਆਪਣੀ ਗੱਲ ਕਰਾਂ ਨਿੱਜੀ ਤੌਰ 'ਤੇ, ਕਿਉਂਕਿ ਗੱਲਾਂ ਅੱਜ ਪਹਿਲੀ ਵਾਰ ਐਸਾ ਹੋਇਆ ਕਿ ਮੈਂ ਕੋਈ ਸਵਾਲ ਲਿਖ ਕੇ ਨਹੀਂ ਲਿਆਇਆ ਕਿਉਂਕਿ ਮੈਂ ਆਪਣੇ ਸ਼ੰਕੇ ਕੱਢਣੇ ਸਾਰੇ। ਬਿਲਕੁਲ ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਮੈਂ ਡਰਦਾ ਹੁੰਦਾ ਸੀ ਇਹਨਾਂ ਵਿਸ਼ਿਆਂ ਦੇ ਕੋਲੋਂ, ਬੜਾ ਰੋ ਕੇ ਸਕੂਲ ਜਾਂਦਾ ਹੁੰਦਾ ਸੀ। ਤੁਹਾਨੂੰ ਨਹੀਂ ਕਦੇ ਨਿੱਕੇ ਹੁੰਦੇ ਨੂੰ ਕਿ ਰੋਣ ਆਇਆ ਕਿ ਸਕੂਲੇ ਨਹੀਂ ਜਾਣਾ? ਜੋਗੀ ਜੀ, ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਕਿ ਤੁਸੀਂ ਡਰਦੇ ਹੁੰਦੇ ਸੀ ਨਾ, ਹਾਂ, ਤਾਂ ਮੇਰੇ ਖਿਆਲ ਤੁਸੀਂ ਸੱਪ ਤੋਂ ਡਰਦੇ ਸੀ। ਹਾਂ, ਸਭ ਤੋਂ ਡਰਦੇ ਸੀ। ਤੇ ਜੇ ਹਨੇਰੇ 'ਚ ਰੱਸੀ ਦਿਸਦੀ ਸੀ ਉਹ ਤੋਂ ਵੀ ਡਰਦੇ ਹੋਗੇ। ਬਿਲਕੁਲ ਡਰਦੇ ਸੀ ਵੀ ਸ਼ਾਇਦ ਸੱਪ ਹੀ ਨਾ ਹੋਵੇ। ਹਾਂ, ਪਰ ਗੱਲ ਇਹ ਹੈ ਵੀ ਜੇਕਰ ਇਹ ਵਿਗਿਆਨ ਵਿਸ਼ਾ ਜਿਹੜਾ ਇਹ ਤੁਹਾਡੇ ਭਰਮ ਨੂੰ ਤੋੜ ਦਿੰਦਾ। ਜੇ ਤੁਹਾਨੂੰ ਅਸੀਂ ਦੱਸਤਾ ਵੀ ਇਹ ਜਿਹੜੀ ਰੱਸੀ ਹੈ ਇਹ ਸੱਪ ਨਹੀਂ ਹੈ, ਵਾਹ, ਤੇ ਬਸ ਤੁਹਾਡਾ ਕੰਮ ਬਣ ਗਿਆ। ਫਿਰ ਤੁਸੀਂ ਉਸ ਤੋਂ ਬੇਸ਼ੱਕ ਸੱਪ ਨੂੰ ਵੀ ਰੱਸੀ ਵਾਂਗੂ ਹੀ ਫੜੀ ਫਿਰੋਗੇ ਤੁਸੀਂ ਜੀ। ਗੱਲ ਇਹ ਹੈ ਵੀ ਵਿਦਿਆਰਥੀ ਨੂੰ ਉਸ ਵਿਸ਼ੇ ਦੀ ਰੋਚਕਤਾ ਦੇ ਵਿੱਚ ਲੈ ਕੇ ਜਾਣਾ ਔਰ ਉਸ ਵਿਸ਼ੇ ਦੇ ਬਾਰੇ ਜਾਣਕਾਰੀ ਦੇ ਦੇਣਾ ਹੀ ਉਹਦੇ ਡਰ ਨੂੰ ਖਤਮ ਕਰਨਾ ਜੀ। ਜਦ ਤੱਕ ਜਾਣਕਾਰੀ ਅਧੂਰੀ ਹੁੰਦੀ ਹੈ, ਡਰ ਉਦੋਂ ਤੱਕ ਹੀ ਹੁੰਦਾ। ਜੀ ਜੀ। ਤੁਸੀਂ ਦੇਖੋ ਕਿ ਸਮੁੰਦਰ ਦੇ ਵਿੱਚ ਜਿਹੜੇ ਸਾਡੇ ਗੋਤਾਖੋਰ ਹੈ ਉਹ ਕਿੰਨੇ ਡੂੰਘੇ ਚਲੇ ਜਾਂਦੇ ਆ ਜੀ, ਤੇ ਸਾਨੂੰ ਪਾਣੀ ਦੇ ਕੋਲ ਖੜਿਆਂ ਡਰ ਲੱਗੀ ਜਾਂਦਾ। ਬਿਲਕੁਲ ਠੀਕ ਗੱਲ ਹੈ, ਕਿਉਂਕਿ ਉਹਨਾਂ ਦਾ ਡਰ ਕੱਢਤਾ ਸੀ। ਹਾਂ, ਉਹਨਾਂ ਨੂੰ ਅਸੀਂ ਵਿਗਿਆਨ ਦੇ ਤਰੀਕੇ ਦੇ ਨਾਲ ਦੱਸਤਾ ਵੀ ਜੇ ਤੁਹਾਡੇ ਤੇ ਕੋਈ ਮੁਸੀਬਤ ਆਣੀ ਹੈ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਟੈਕਲ ਕਰਨਾ। ਤਾਂ ਉਹਨਾਂ 'ਚ ਕੌਨਫੀਡੈਂਸ ਹੈ ਵੀ ਜੇ ਕਿਤੇ ਅਸੀਂ ਫਸੇ ਵੀ ਗਏ, ਕੋਈ ਮੁਸੀਬਤ ਆਣ ਵੀ ਲੱਗੀ, ਟੈਕਲ ਕਰ ਲਾਂਗੇ। ਵਾਹ, ਤਾਂ ਡਰ ਖਤਮ ਹੋ ਗਿਆ। ਬਿਲਕੁਲ ਜੀ। ਇੱਕ ਡਰ ਹੀ ਹੈ ਕਿ ਜਿਹੜਾ ਸਾਨੂੰ ਇਹਨਾਂ ਵਿਸ਼ਿਆਂ ਦੇ ਕੋਲ, ਔਰ ਜਿਹੜੀਆਂ ਚੀਜ਼ਾਂ ਸਾਡੀ ਅੱਖ ਦੇ ਸਾਹਮਣੇ ਤਾਂ ਹੈ ਪਰ ਉਹਨਾਂ ਦੀ ਅਸਲ ਹਕੀਕਤ ਕੀ ਹੈ, ਉਹਨਾਂ ਤੋਂ ਇੱਕ ਦੂਰੀ ਬਣਾਈ ਰੱਖਦਾ ਜੀ। ਤੇ ਦੂਰੀ ਅਸੀਂ ਚੰਦਰਮਾ ਤੱਕ ਦੀ ਤੈਅ ਕਰ ਲਈ ਹੈ। ਔਰ ਕੱਲ ਜਿਹੜਾ ਅਸੀਂ ਇੱਕ ਆਪਣਾ ਚੰਦਰਯਾਨ ਛੱਡਿਆ, ਪਰਮਾਤਮਾ ਕਰੇ ਉਹ ਸਫਲ ਤਰੀਕੇ ਦੇ ਨਾਲ ਉੱਥੇ ਲਾਂਚ ਹੋਵੇ। ਪਹਿਲੀ ਗੱਲ ਤੇ ਸਾਡੇ ਵਿਗਿਆਨੀ ਜਿਹੜੇ ਆ, ਸਾਡੀ ਇਸਰੋ ਦੇ ਜਿੰਨੀ ਵੀ ਟੀਮ ਦੇ ਮੈਂਬਰ ਹੈਗੇ ਆ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਇਸ ਚੰਦਰਯਾਨ ਬਾਰੇ, ਇਸ ਮਿਸ਼ਨ ਦੇ ਬਾਰੇ ਕੀ ਕਹੋਗੇ? ਦੇਖੋ, ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਇਹ ਮਿਸ਼ਨ ਸਾਡਾ ਇੱਕ ਸੁਪਨਾ, ਜਿਹੜਾ ਕਲਾਮ ਸਾਹਿਬ ਸੁਪਨੇ ਲਿਆ ਕਰਦੇ ਸੀ, ਹੈ ਨਾ। ਉਹ ਕਹਿੰਦੇ ਵੀ ਸੁਪਨੇ ਉਹ ਨਹੀਂ ਹੈਗੇ ਜਿਹੜੇ ਸਾਨੂੰ ਮਤਲਬ ਵੀ ਸੌਂਦੇ ਹੋਏ ਆਉਂਦੇ ਆ, ਸੁਪਨੇ ਆ ਜਿਹੜੇ ਸੌਣ ਨਹੀਂ ਦਿੰਦੇ। ਵਾਹ। ਤਾਂ ਉਹ ਸੁਪਨਾ ਲਿਆ ਹੋਇਆ ਅੱਜ ਜਿਹੜਾ ਹੈ ਕਿਤੇ ਅਸੀਂ ਸਾਰਥਕ ਮੰਨਦੇ ਹਾਂ ਇਸ ਗੱਲ ਨੂੰ ਕਿ ਜਦੋਂ ਅਸੀਂ ਇਸ ਰੌਕਟ ਦੇ ਜ਼ਰੀਏ, ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਵਿਦਿਆਰਥੀਆਂ ਦੀ ਜਾਣਕਾਰੀ ਲਈ, ਸਾਰੇ ਦਰਸ਼ਕਾਂ ਦੀ ਜਾਣਕਾਰੀ ਦੇ ਲਈ, ਕਿ ਅਸੀਂ ਰੌਕਟ ਕਿਸ ਨੂੰ ਸਮਝਦੇ ਹਾਂ ਤੇ ਸੈਟੇਲਾਈਟ ਕਿਸ ਨੂੰ ਸਮਝਦੇ ਹਾਂ ਜੀ। ਜਿਹੜਾ ਚੰਦਰਮਾ ਹੈ ਉਹ ਸਾਡਾ ਧਰਤੀ ਦਾ ਇੱਕ ਸੈਟੇਲਾਈਟ ਹੈ, ਲੇਕਿਨ ਉਹ ਨੈਚੁਰਲ ਸੈਟੇਲਾਈਟ ਹੈ। ਤੇ ਜਿਹੜੇ ਅਸੀਂ ਛੱਡਦੇ ਹਾਂ ਉਹ ਮੈਨ ਮੇਡ ਸੈਟੇਲਾਈਟ ਹੈ ਜੀ, ਹੈਗੇ, ਉਹ ਵੀ ਸੈਟੇਲਾਈਟ ਹੈ। ਕਿਉਂਕਿ ਸੈਟੇਲਾਈਟ ਦੀ ਪਰਿਭਾਸ਼ਾ ਜੇ ਪੜ੍ਹੀ ਹੈ ਨਾ ਵਿਗਿਆਨ ਦੇ ਵਿੱਚ, ਤਾਂ ਜਿਹੜੀਆਂ ਕੋਈ ਭਾਰੀਆਂ ਚੀਜ਼ਾਂ ਦੂਸਰੀਆਂ ਭਾਰੀ ਪਲੈਨਟ ਦੇ ਆਲੇ ਦੁਆਲੇ ਘੁੰਮਦੀਆਂ ਉਹਨਾਂ ਨੂੰ ਅਸੀਂ ਸੈਟੇਲਾਈਟ ਕਹਿੰਦੇ ਹਾਂ। ਤੇ ਇੱਕ ਮਨੁੱਖ ਨੇ ਬਣਾ ਕੇ ਛੱਡਤੇ ਤੇ ਇੱਕ ਆਟੋਮੈਟਿਕਲੀ ਬਣੇ ਪਏ ਆ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਜੁਪੀਟਰ ਹੈ, ਦੇਖੋ 1300 ਧਰਤੀਆਂ ਜਿੰਨਾ ਕੱਲਾ ਹੀ ਜੁਪੀਟਰ ਹੈ। ਵਾਹ। ਤੇ ਤੁਸੀਂ ਬ੍ਰਹਿਮੰਡ ਦੀ ਕੀ ਗੱਲ ਕਰਦੇ ਹੋ? ਤੇ ਭਗਤ ਵੀਪਾ ਜੀ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਵਾਹ, ਲੇਕਿਨ ਜੋ ਖੋਜੈ ਸੋ ਪਾਵੇ। ਵਾਹ। ਪ੍ਰਾਪਤ ਕਿਸ ਨੂੰ ਹੋਣਾ? ਜੋ ਖੋਜ ਕਰੇਗਾ। ਜਾਂ ਖੋਜ ਹੀ ਨਹੀਂ ਕਰਾਂਗੇ ਤਾਂ ਸਾਨੂੰ ਕੀ ਮਿਲਣਾ? ਦੇਖੋ ਨਾ, ਜਦੋਂ ਅਸੀਂ ਖੋਜ ਦੇ ਵਿੱਚ ਲੱਗ ਜੰਨੇ ਆ
ਵਿਗਿਆਨ ਵੀ ਤਾਂ ਇਹੀ ਹੈ ਨਾ, ਖੋਜ ਕਰਦੇ 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 ਕਰਦੇ। ਕੱਲ ਅਸੀਂ ਜਿਹੜਾ ਹੈ ਪਿਛਲੇ ਦਸ਼ਕਾਂ ਦੇ ਵਿੱਚ ਅਸੀਂ ਆਰੀਆ ਭੱਟ ਛੱਡਿਆ ਸੀ, ਤੇ ਹੁਣ ਅੱਜ ਅਸੀਂ ਇੰਨੇ ਕੈਪੇਬਲ ਹਾਂ ਕਿ ਅਸੀਂ ਆਪਣੇ ਰਾਕਟ ਦੇ ਨਾਲ ਲਾਂਚ ਕਰ ਸਕਦੇ ਹਾਂ। ਪਹਿਲਾਂ ਅਸੀਂ ਦੂਸਰੇ ਦੇਸ਼ਾਂ ਨੂੰ ਰਿਕੁਐਸਟ ਕਰਦੇ ਸੀਗੇ ਵੀ ਸਾਡਾ ਸੈਟੇਲਾਈਟ ਜਿਹੜਾ ਲਾਂਚ ਕਰਿਓ, ਬਿਲਕੁਲ, ਤੇ ਅੱਜ ਸਾਡੇ ਕੋਲ ਉਹ ਚੀਜ਼ ਹੈ। ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮੇਰੇ ਕੋਲ ਮੈਂ ਮਾਡਲ ਲੈ ਕੇ ਆਇਆ, ਤੇ ਇਸ ਦੇ ਵਿੱਚ ਇਹ ਸਾਡੇ ਕੋਲ ਰਾਕਟ ਹੈ। ਹਾਂ, ਇਹ ਰਾਕਟ ਹੈ। ਤਾਂ ਤੁਸੀਂ ਕਹੋ ਜੀ ਫਿਰ ਸੈਟੇਲਾਈਟ ਕੀ ਹੋਇਆ? ਉਹ ਕੀ ਹੋਇਆ? ਤੇ ਸੈਟੇਲਾਈਟ ਹੈ ਜਿਹੜਾ ਇਹ ਇਸ ਪੋਰਸ਼ਨ ਦੇ ਵਿੱਚ, ਆ ਜਿਹੜਾ ਸਿਰਫ ਉੱਪਰਲਾ ਪੋਰਸ਼ਨ ਹੈ ਸਾਡੇ ਕੋਲ, ਬਸ ਇਸ ਦੇ ਵਿੱਚ ਸੈਟੇਲਾਈਟ ਸੇਫ ਹੁੰਦਾ ਸਾਡੇ ਕੋਲ। ਅੱਛਾ ਜੀ, ਬਸ ਸੈਟੇਲਾਈਟ ਦੀ ਜਗ੍ਹਾ ਇੰਨੀ ਹੈ, ਉਹ ਬਾਕੀ ਸਾਰਾ ਫਿਊਲ ਹੈ, ਤੇ ਬਾਕੀ ਸਾਰਾ ਉਹ ਫਿਰ ਹੌਲੀ ਹੌਲੀ ਅਲੱਗ ਹੁੰਦਾ ਜਾਂਦਾ। ਇੱਕ ਜਿਹੜਾ ਹੇਠਲਾ ਪੋਰਸ਼ਨ ਹੈ ਨੇ 2 ਮਿੰਟ ਦੇ ਲਈ ਚੱਲਣਾ, ਉੱਪਰਲੇ ਨੇ 3 ਮਿੰਟ ਦੇ ਲਈ ਚੱਲਣਾ, ਇਸ ਤੋਂ ਉੱਪਰ ਜਿਹੜੀ ਆ ਸਟੇਜ ਆ ਗਈ 10 ਮਿੰਟ ਦੇ ਲਈ ਚੱਲਣੀ ਹੈ। 15 ਮਿੰਟਾਂ 'ਚ ਕੱਲ ਅਸੀਂ ਦੇਖਿਆ ਕਿ ਇਹ ਸਾਰੀਆਂ ਸਟੇਜਸ ਜਿਹੜੀਆਂ ਵੱਖਰੀਆਂ ਹੋ ਗਈਆਂ, ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਉੱਪਰਲਾ ਹਿੱਸਾ ਜਿਹੜਾ ਰਹਿ ਗਿਆ ਜਿਸ ਦੇ ਵਿੱਚ ਸੈਟੇਲਾਈਟ ਹੈ, ਇਸ ਦੇ ਵਿੱਚੋਂ ਫਿਰ ਲੈਂਡਰ ਨੇ ਨਿਕਲਣਾ, ਲੈਂਡਰ ਤੋਂ ਵਿੱਚੋਂ ਫਿਰ ਰੋਵਰ ਨੇ ਨਿਕਲਣਾ, ਫਿਰ ਰੋਵਰ ਨੇ ਆਪਣੇ ਪਹੀਆਂ ਦੇ ਉੱਤੇ ਉੱਥੇ ਮੂਨ ਦੀ ਸਰਫੇਸ ਤੇ ਰੋਵਿੰਗ ਕਰਨੀ ਹੈ, ਤੇ ਫਿਰ ਐਕਸਪੈਰੀਮੈਂਟਿੰਗ ਸਟਾਰਟ ਸਾਡੀ ਸ਼ੁਰੂ ਹੋ ਜਾਣੀ ਹੈ। ਤਾਂ ਦੇਖੋ ਇਹ ਜਿਹੜਾ ਸੁਪਨਾ ਲਿਆ ਸਾਡੇ ਵਿਗਿਆਨੀਆਂ ਨੇ, ਸਲਾਮ ਹੈ ਉਹਨਾਂ ਨੂੰ। ਮੈਂ ਵਿਗਿਆਨੀਆਂ ਦੀ ਜਦੋਂ ਗੱਲ ਕਰਦਾ ਤਾਂ ਮੈਨੂੰ ਬੜਾ ਅਚੰਭਾ ਜਿਹਾ ਹੁੰਦਾ ਹੈ ਵੀ ਵਿਗਿਆਨੀ ਕੀ ਸੋਚਦੇ ਰਹਿੰਦੇ ਆ ਤੇ ਕਿਵੇਂ ਸੋਚਦੇ ਰਹਿੰਦੇ, ਅਸੀਂ ਕਿਉਂ ਨਹੀਂ ਸੋਚਦੇ? ਜੇ ਅਸੀਂ ਸੋਚਣ ਲੱਗੀਏ ਤਾਂ ਕੀ ਅਸੀਂ ਵੀ ਵਿਗਿਆਨੀ ਆ? ਬਿਲਕੁਲ ਸਹੀ ਗੱਲ ਹੈ। ਦੇਖੋ ਇਹ ਸਾਹਮਣੇ ਤੁਹਾਡੇ ਸਾਹਮਣੇ ਡਿਸਕ ਪਈ ਹੈ ਇੱਕ, ਉਹਦੇ ਤੇ 7 ਰੰਗ ਲੱਗੇ ਹੋਏ ਆ, ਤੇ ਵਿਗਿਆਨੀ ਨੂੰ ਸਲਾਮ ਕਰਨਾ ਤਾਂ ਬਣਦਾ ਨਾ। ਨਿਊਟਨ ਉਹਦਾ ਨਾਮ ਸੀ, ਤੇ ਸੂਰਜ ਤਾਂ ਅਸੀਂ ਵੀ ਰੋਜ਼ ਦੇਖਦੇ ਆ ਤੇ ਮੱਥੇ ਵੀ ਟੇਕਦੇ ਆ, ਲੇਕਿਨ ਸੂਰਜ ਤੋਂ ਆ ਰਹੀਆਂ ਕਿਰਨਾਂ ਦੀ ਘੁੱਖ ਕੀਤੀ ਕਦੇ? ਨਹੀਂ ਕੀਤੀ ਨਾ, ਨਹੀਂ ਕੀਤੀ ਕਦੇ, ਕਿਉਂਕਿ ਜੋ ਉਹ ਦੱਸ ਰਿਹਾ ਵੀ ਇਹ ਸੂਰਜ ਦੀਆਂ ਜਿਹੜੀਆਂ ਕਿਰਨਾਂ ਧਰਤੀ ਤੇ ਆ ਰਹੀਆਂ, ਸੂਰਜ 15 ਕਰੋੜ ਕਿਲੋਮੀਟਰ ਦੂਰ ਹੈ ਤੇ 8 ਮਿੰਟ ਦੇ ਵਿੱਚ ਧਰਤੀ ਤੇ ਪਹੁੰਚ ਜਾਂਦੀਆਂ, ਤੇ ਉਹ ਜਿਹੜੀਆਂ ਕਿਰਨਾਂ ਧਰਤੀ ਤੇ ਪਹੁੰਚ ਰਹੀਆਂ ਉਹ ਸਫੈਦ ਨਹੀਂ ਹੈ, ਉਹਦੇ ਵਿੱਚ 7 ਰੰਗ ਹੈ। ਫਿਰ 7 ਰੰਗ ਦੱਸਦਾ ਵੱਖਰੇ ਵੱਖਰੇ। ਦੇਖੋ ਆ ਡਿਸਕ ਬਣਾ ਕੇ ਉਹ 7 ਰੰਗਾਂ ਦੀ ਮਤਲਬ ਵੀ ਨੁਮਾਇੰਦਗੀ ਕਰਦਾ, ਦੱਸਦਾ ਕਿ ਵਾਇਲਟ ਹੈ, ਇੰਡੀਗੋ ਹੈ, ਬਲੂ ਹੈ, ਗ੍ਰੀਨ ਹੈ, ਯੈਲੋ ਹੈ, ਔਰੇਂਜ ਹੈ, ਰੈੱਡ ਹੈ। ਇਹ 7 ਰੰਗ ਉਹ ਡਿਸਕ ਤੇ ਲਾ ਕੇ ਫਿਰ ਸਿੱਧ ਕਰਕੇ ਦਿਖਾਉਂਦਾ। ਅੱਛਾ, ਕਿਵੇਂ? ਇਹ 7 ਰੰਗ ਹੈ ਜਿਹੜੇ, ਇਹਨਾਂ ਨੂੰ ਜੇ ਤੇਜ਼ ਅਸੀਂ ਘੁਮਾਈਏ ਇਸ ਡਿਸਕ ਦੇ ਉੱਤੇ, ਤਾਂ ਜੇ ਵਾਈਟ ਨਜ਼ਰ ਆ ਗਏ ਤਾਂ ਜਿਹੜਾ ਸਫੈਦ ਪ੍ਰਕਾਸ਼ ਹੈ ਉਹ 7 ਰੰਗਾਂ ਦਾ ਬਣਿਆ ਹੋਇਆ। ਆਓ ਆਪਾਂ ਦੇਖਦੇ ਹਾਂ। ਤਾਂ ਇਸ ਨੂੰ ਅਸੀਂ ਜ਼ੋਰ ਦੀ ਘੁਮਾਇਆ, ਦੇਖੋ ਜੋਗੀ ਜੀ, ਕੁਝ ਵੀ ਨਹੀਂ, ਸਿਰਫ ਵਾਈਟ, ਸਿਰਫ ਵਾਈਟ। ਹਾਂ, ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਰੰਗ 7 ਹੈਗੇ ਸਾਡੇ ਕੋਲ, ਲੇਕਿਨ ਉਹ ਫਿਰ ਵਾਪਸ ਆ ਗਏ। ਤਾਂ ਉਸ ਵਿਗਿਆਨੀ ਨੂੰ ਕੀ ਸਲਾਮ ਕਰਨਾ ਨਹੀਂ ਬਣਦਾ? ਬਿਲਕੁਲ ਬਣਦਾ ਹੈ, ਬਿਲਕੁਲ। ਜਿਸ ਨੂੰ ਪ੍ਰਕਾਸ਼ ਦੇ ਵਿੱਚ 7 ਰੰਗ ਦਿਸਦੇ ਆ ਜੀ, ਪਰ ਉਹ ਕਹਿੰਦੇ ਨਾ ਵੀ ਸਾਡੀ ਦੇਖਣ ਵਾਲੀ ਅੱਖ ਨਹੀਂ ਹੈਗੀ। ਹਾਂ, ਸ਼ੋ ਅਸਾਂ ਥੀ ਫੱਕ ਨਹੀਂ, ਪਰ ਤੇਰੀ ਦੇਖਣ ਵਾਲੀ ਅੱਖ ਨਹੀਂ। ਤੇ ਉਹ ਅੱਖਾਂ ਕਿਹੜੀਆਂ ਫਿਰ? ਉਹ ਅੱਖਾਂ ਵਿਗਿਆਨ ਦੀਆਂ। ਤੇ ਉਹਨਾਂ ਵਿਗਿਆਨ ਦੀਆਂ ਅੱਖਾਂ ਦੇ ਨਾਲ ਜਦੋਂ ਅਸੀਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਾਂਗੇ ਤਾਂ ਅਸੀਂ ਵਿਗਿਆਨੀ ਬਣ ਗਏ ਬਸ। ਕੀ ਬਾਤ ਹੈ। ਇਹ ਸਾਰੇ ਜਿੰਨੇ ਵੀ ਆਮ ਛੋਟੇ ਛੋਟੇ ਬੱਚੇ ਆਉਂਦੇ ਆ ਜਿਹੜੇ ਵਿਗਿਆਨ ਤੋਂ ਡਰਦੇ ਆ, ਉਹ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਜਿਵੇਂ ਤੁਸੀਂ ਦੱਸਦੇ ਹੋ, ਤੁਸੀਂ ਪਿਆਰ ਦੇ ਨਾਲ ਸਮਝਾਉਂਦੇ ਹੋ ਔਰ ਐਕਸਪੈਰੀਮੈਂਟਲ ਤਰੀਕੇ ਦੇ ਨਾਲ ਤੁਸੀਂ ਪੜ੍ਹਾਉਂਦੇ ਹੋ। ਇਹ ਇਸ ਤਰੀਕੇ ਨਾਲ ਤਾਂ ਫਿਰ ਕੱਲ੍ਹ ਨੂੰ ਅਸੀਂ ਆਸ ਕਰਦੇ ਹਾਂ ਉਹ ਵੀ ਵਿਗਿਆਨੀ ਬਣਨਗੇ। ਸਾਰੇ ਹੈ ਹੀ ਵਿਗਿਆਨੀ ਹੈ। ਦੇਖੋ ਵਿਗਿਆਨੀ ਤਾਂ ਸਾਡੇ ਕੋਲ ਹੈਗੇ ਆ, ਲੇਕਿਨ ਆ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਡਰ ਦੀ, ਮੈਂ ਤੁਹਾਨੂੰ ਇੱਥੇ ਵੀ ਦੱਸ ਦੇਣਾ ਚਾਹੁੰਦਾ ਕਿ ਇੱਕ ਛੋਟਾ ਜਿਹਾ ਬੱਚਾ ਅੱਗ ਦੇ ਨੇੜੇ ਖੇਡਦਾ ਅੱਗ ਨੂੰ ਹੱਥ ਪਾਉਂਦਾ, ਦੱਸੋ ਉਹਨੂੰ ਕਿਹੜਾ ਡਰ ਹੈ? ਉਹਨੂੰ ਡਰ ਨਹੀਂ ਹੈ। ਤਾਂ ਡਰ ਕਿਹਨੇ ਪਾਇਆ? ਓਏ ਬੱਚੀ ਅੱਗ ਲੱਗ ਜੂਗੀ, ਸੜ ਜਾਏਗਾ ਤੇਰਾ ਹੱਥ। ਅਸੀਂ ਡਰ ਪਾਤਾ ਉਹਦੇ ਮਨ ਦੇ ਵਿੱਚ। ਬਿਲਕੁਲ। ਜਦੋਂ ਹੀ ਉਸਨੇ ਉਸ ਨੂੰ ਪ੍ਰੈਕਟੀਕਲੀ ਕਰਕੇ ਦੇਖ ਲੈਣਾ, ਉਸ ਨੂੰ ਪਤਾ ਲੱਗ ਜਾਣਾ ਵੀ ਅੱਗ ਦੇ ਵਿੱਚ ਗਰਮਾਹਟ ਹੁੰਦੀ ਹੈ, ਗਰਮੀ ਹੁੰਦੀ ਹੈ, ਉਹਨੇ ਆਪਣੇ ਆਪ ਹੀ ਪਿੱਛੇ ਆ ਜਾਣਾ। ਹਾਂ, ਉਹਨੂੰ ਪਤਾ ਵੀ ਲੱਗ ਜੂਗਾ। ਤੇ ਸਾਡਾ ਮਤਲਬ ਮਨ ਦੇ ਵਿੱਚ ਇਹ ਵਿਚਾਰ ਕਿ ਕਿਤੇ ਇਹ ਸੜ ਨਾ ਜਾਵੇ, ਕਿਤੇ ਅੱਗ ਨਾ ਲਗਵਾ ਬੈਠੇ, ਇਹ ਉਹਦੇ ਮਨ ਦੇ ਵਿੱਚ ਡਰ ਪੈਦਾ ਕਰ ਦਿੰਦਾ। ਦੇਖੋ ਇਸ ਡਰ ਨੂੰ ਕੱਢਣਾ ਹੀ, ਮੈਂ ਤੁਹਾਨੂੰ ਦੱਸਿਆ ਵੀ ਉਹ ਵਿਗਿਆਨ ਦਾ ਸਹਾਰਾ ਲੈਣਾ। ਬਿਲਕੁਲ। ਜਿਹੜੇ ਇਹ ਡਰ ਆ ਨਿੱਕੇ ਨਿੱਕੇ ਬੱਚੇ ਨੂੰ ਪੌੜੀ ਨਹੀਂ ਚੜ੍ਹਨ ਦੇਣਾ ਵੀ ਇਹਦੇ ਸੱਟ ਚੋਟ ਲੱਗ ਜੂਗੀ, ਇਹਦੇ ਮਗਰ ਦੌੜੋ ਫਟਾਫਟ। ਤੇ ਇਹ ਜਿਵੇਂ ਅੱਗ ਤੋਂ ਡਰਾਉਣਾ, ਇਸੇ ਤਰ੍ਹਾਂ ਹੀ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਸੀ ਜਿਨ੍ਹਾਂ ਨੇ ਕਈ ਸਲੇਡੇ ਵੀ ਦੇਖੇ ਸੀ, ਜਿਨ੍ਹਾਂ ਨੇ ਸਾਈਕਲ ਦੇ ਮਗਰ ਚੜੇਲਾਂ ਵੀ ਬੈਠੀਆਂ ਸੀਗੀਆਂ, ਜਿਨ੍ਹਾਂ ਨੇ ਖੂਹਾਂ ਦੇ ਵਿੱਚ ਗਿੱਠ-ਮੁੱਠੀਏ ਵੀ ਦੇਖੇ ਸੀਗੇ। ਸਾਡਾ ਵੇਲਾ ਆਇਆ ਜਦੋਂ ਸਾਨੂੰ ਮਾਊਂ ਤੋਂ ਡਰਾਉਂਦੇ ਰਹੇ, ਉਹ ਅੱਜ ਤੱਕ ਸਾਨੂੰ ਮਾਊਂ ਨਹੀਂ ਲੱਭਾ ਵੀ ਕਿਹੜਾ ਮਾਊਂ ਸੀਗਾ। ਸੋ ਇਹ ਨਿੱਕੇ ਨਿੱਕੇ ਡਰ ਜਿਹੜੇ ਮਾਵਾਂ ਨੇ ਪਾਏ ਹੋਏ ਨੇ, ਇਹ ਜਾਇਜ਼ ਹੈ? ਇਹ ਮਾਵਾਂ ਕੀ ਸਹੀ ਦਿਸ਼ਾ ਦੇ ਰਹੀਆਂ ਬੱਚਿਆਂ ਨੂੰ? ਨਹੀਂ, ਇਹ ਬਹੁਤ ਹੀ ਇੱਕ ਮਤਲਬ ਵੀ ਕਿਸੇ ਵੀ ਨਵੀਂ ਚੀਜ਼ ਨੂੰ ਦਬਾਉਣ ਵਾਲੀ ਗੱਲ ਹੈ। ਦੇਖੋ ਹੁਣ ਡਾਕਟਰ ਦੇ ਕੋਲ ਜਾ ਕੇ ਪਹਿਲਾਂ ਮਾਂ ਇਹ ਕਹਿੰਦੀ ਹੈ, ਜੇ ਬਹੁਤਾ ਬੋਲਿਆ ਨਾ, ਸ਼ਰਾਰਤ ਕੀਤੀ, ਇੰਜੈਕਸ਼ਨ ਲਾ ਦੇਣਾ ਡਾਕਟਰ ਨੇ।
ਪਹਿਲਾਂ ਹੀ ਡਰ ਪਾਤਾ ਉਹਦੇ ਪਾਤਾ। ਤਾਂ ਉਹ ਡਾਕਟਰ ਨੂੰ ਦੇਖਦੇ ਸਾਰ ਹੀ ਰੋਣਾ ਸ਼ੁਰੂ ਕਰ ਦਿੰਦਾ। ਜੀ। ਹਾਲਾਂਕਿ ਉਹ ਡਾਕਟਰ ਦੇ ਹੱਥ ਦੇ ਵਿੱਚ ਕੋਈ ਸਿਰਿੰਜ ਨੀਡਲ ਨਹੀਂ ਹੈ, ਲੇਕਿਨ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਸ਼ਾਇਦ ਬਸ ਹੁਣ ਮੇਰਾ, ਜਿਹੜੀ ਮੇਰੀ ਮਾਂ ਕਹਿੰਦੀ ਸੀ ਨਾ, ਇਹ ਹੋਣ ਵਾਲਾ ਕੰਮ। ਉਹ ਹੋਣ ਵਾਲਾ ਹੈ। ਤਾਂ ਮਾਂ ਇੱਕ ਐਸਾ ਰੂਪ ਹੈ ਕਿ ਜਿਸ ਨੇ ਕਿ ਜਿੱਥੇ ਪਾਲਣਾ ਪੋਸ਼ਣਾ ਕਰਨੀ ਹੈ ਉੱਥੇ ਇੰਨਾ ਗਿਆਨ ਦੇ ਦੇਣਾ ਹੈ ਸਾਨੂੰ ਕਿ ਜਿਸ ਦੀ ਕੋਈ ਹੱਦ ਨਹੀਂ ਹੈ। ਉਹ ਚਾਹਵੇ ਤਾਂ ਉਸ ਨੂੰ ਡਰ ਦੇ ਵਿੱਚ ਰੱਖੇ, ਉਹ ਚਾਹਵੇ ਤਾਂ ਉਹਨੂੰ ਆਜ਼ਾਦ ਕਰ ਦੇਵੇ। ਦੇਖੋ ਦੁਨੀਆ ਦੇ ਵਿੱਚ ਜਿਹੜੀਆਂ ਮਾਵਾਂ ਹੋਈਆਂ ਜੀ, ਤੇ ਮਾਵਾਂ ਵੱਡੀਆਂ ਵੱਡੀਆਂ ਵਿਗਿਆਨੀ ਹੋਈਆਂ। ਜੀ। ਫਰੀਦ ਜੀ ਦੇ ਮਾਤਾ ਦੀ ਮੈਂ ਜਦੋਂ ਗੱਲ ਪੜ੍ਹਦਾ ਤੇ ਸੁਣਦਾ ਵਾਹ। ਤੇ ਕਮਾਲ ਹੋ ਜਾਂਦੀ ਹੈ ਕਿ ਜਦੋਂ ਫਰੀਦ ਜੀ ਦੇ 12 ਸਾਲ ਬਾਅਦ ਕਹਿੰਦੇ ਘਰੇ ਆਏ ਜੰਗਲਾਂ ਚੋਂ, ਤੇ ਉਹਦੇ ਉਹ ਕੇਸਾਂ ਨੂੰ ਬਾਹਣ ਲੱਗੀ ਮਾਂ, ਤੇ ਫਰੀਦ ਜੀ ਕਹਿੰਦੇ ਹਾਂ ਪੀੜ ਹੁੰਦੀ ਹੈ, ਦਰਦ ਹੁੰਦਾ ਹੈ। ਤਾਂ ਉਹ ਕਹਿਣ ਲੱਗੇ ਵੀ ਐ ਪੋਲਾ ਜਾਂ ਮੂੰਹ ਤੇ ਮਾਰ ਕੇ ਕਹਿੰਦੀ ਫਰੀਦਾ ਵੀ ਉਦੋਂ ਦਰਦ ਨਹੀਂ ਹੁੰਦਾ ਹੋਊਗਾ ਜਦੋਂ ਤੂੰ ਪੱਤੇ ਤੋੜ ਤੋੜ ਕੇ ਖਾਂਦਾ ਸੀ। ਜੀ। ਦਰਖਤਾਂ ਨੂੰ ਵੀ ਦਰਦ ਹੁੰਦਾ ਹੋਊਗਾ ਜਦ ਤੂੰ ਉਹਦਾ ਪੱਤਾ ਤੋੜਦਾ ਸੀ। ਤੇ ਗਿਆਨ ਦੇਣ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਕਿ ਉਹ ਮਾਂ ਨੇ ਉਸ ਬੱਚੇ ਨੂੰ ਗਿਆਨ ਦਿੱਤਾ ਕਿ ਜਿਨ੍ਹਾਂ ਦੇ ਤੂੰ ਪੱਤੇ ਤੋੜ ਤੋੜ ਕੇ ਆਪਣੀ ਭੁੱਖ ਮਿਟਾਉਣ ਦੀ ਖਾਤਰ ਖਾਨਾ ਹੈ, ਤਾਂ ਉਹਨਾਂ ਨੂੰ ਵੀ ਦਰਦ ਹੁੰਦਾ ਹੋਊਗਾ। ਤਾਂ ਉਸ ਨੂੰ ਮਹਿਸੂਸ ਹੋਇਆ ਵੀ ਵਾਕਈ ਇਹ ਜਿੰਦ ਜਾਨ ਹੈ ਪੌਦਿਆਂ ਦੇ ਵਿੱਚ ਵੀ। ਤਾਂ ਉਹ ਜਿਹੜਾ ਅਹਿਸਾਸ ਕਰਵਾ ਦੇਣਾ, ਤੇ ਉਸ ਤੋਂ ਬਾਅਦ ਫਰੀਦ ਜੀ ਦਾ ਇਹ ਤਹਈਆ ਕਰ ਲੈਣਾ ਜੀ ਕਿ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਭੁੱਖ, ਵਾਹ। ਕਿ ਮੇਰੀ ਰੋਟੀ ਤਾਂ ਕਾਠ ਦੀ, ਤਾਂ ਉਹ ਕਾਠ ਦੀ ਇੱਕ ਲੱਕੜ ਦਾ ਟੁਕੜਾ ਲੈ ਕੇ ਤੇ ਜਦੋਂ ਭੁੱਖ ਲੱਗਦੀ ਉਹਨੂੰ ਚਬਾ ਲੈਂਦੇ ਆ, ਉਹਦਾ ਰਸ ਲੈ ਲੈਂਦੇ ਆ, ਤੇ ਉਹਨਾਂ ਨੂੰ ਐ ਲੱਗਦਾ ਵੀ ਮੈਂ ਰੱਜ ਗਿਆ ਹੋਇਆ। ਵਾਹ। ਤੇ ਫਿਰ ਅੱਗੇ ਕਹਿੰਦੇ ਜਿੰਨਾ ਖਾਧੀਆਂ ਚੋਪੜੀਆਂ ਘੜੇ ਸਹਿਣਗੇ ਦੁੱਖ, ਤੇ ਬੈਠੇ ਰਹੀਏ ਏਸੀ ਕਮਰਿਆਂ 'ਚ ਤੇ ਮਿਹਨਤ ਮੁਸ਼ੱਕਤਾਂ ਨਾ ਕਰੀਏ ਤਾਂ ਦੁੱਖ ਹੀ ਦੁੱਖ ਆਣੇ ਆ। ਬਿਲਕੁਲ। ਤਾਂ ਬਾਣੀ 'ਚ ਵੀ ਲਿਖਿਆ ਦੁੱਖ ਦਾਰੂ ਸੁੱਖ ਰੋਗ ਪਿਆ। ਜਿਹੜਾ ਸੁੱਖ ਹੈ ਰੋਗ ਦਾ ਕਾਰਨ ਹੈ। ਜੀ। ਤੋ ਇਸ ਕਰਕੇ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ ਕਿ ਵਿਗਿਆਨ ਹੈ ਜਿਹੜਾ ਉਹ ਸਾਨੂੰ ਵਿਸ਼ਾਲਤਾ ਦੇ ਵਿੱਚ ਲੈ ਜਾਂਦਾ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਵਿਗਿਆਨ ਲਫ਼ਜ਼ ਹੈ ਨਾ ਜਿਹੜਾ, ਗਿਆਨ ਦੀ ਵਿਸ਼ਾਲਤਾ, ਗਿਆਨ ਦੇ ਅੱਗੇ ਵਾਵੇ ਨੂੰ ਸਿਹਾਰੀ ਲਾਈ ਹੈ। ਵਾਹ। ਗਿਆਨ ਦੀ ਵਿਸ਼ਾਲਤਾ ਹੈ ਜਿਹੜੀ, ਵਿਆਖਿਆ ਕਹਿ ਲੋ ਜੀ, ਹੈ ਨਾ। ਤਾਂ ਉਹ ਗਿਆਨ ਨੂੰ ਵਿਆਖਿਆ ਕਰਨੀ, ਜੇ ਗਿਆਨ ਦੀ ਵਿਆਖਿਆ ਹੋ ਗਈ ਡਰ ਕੋਈ ਨਹੀਂ ਹੈਗਾ। ਵਾਹ ਜੀ ਵਾਹ। ਦੇਖੋ ਹੁਣ ਡਰ ਨਿਕਲ ਗਿਆ, ਫਿਰ ਸਾਰਾ ਕੁਝ ਸਾਡੇ ਸਾਹਮਣੇ ਆ ਗਿਆ। ਤਾਂ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਾਂ ਵੀ ਚੰਦਾ ਮਾਮਾ ਦੂਰ ਕੇ ਤੇ ਹੁਣ ਅਸੀਂ ਨੇੜੇ ਕਰ ਲਿਆ ਨਾ। ਤੇ ਜੇ ਡਰ ਹੀ ਹੁੰਦਾ ਵੀ ਭਾਈ ਤੂੰ ਇੰਨੇ 3,84,400 ਕਿਲੋਮੀਟਰ ਦੂਰ ਦਾ ਪਿੰਡ ਤੈਅ ਕਰਨਾ ਸਾਡੇ ਚੰਦਰਯਾਨ ਨੇ ਜੀ, ਤੇ ਤੁਸੀਂ ਇਹ ਦੇਖੋ ਵੀ ਉਹ ਸਹਿਜੇ ਕਿਵੇਂ ਉੱਥੇ ਪਹੁੰਚ ਜਾਣਾ ਤੇ ਕਿਵੇਂ ਉਹਦੇ ਤੇ ਲੈਂਡਿੰਗ ਹੋਣੀ ਹੈ। ਤੇ ਉੱਥੇ ਲੈਂਡਿੰਗ ਹੋਣੀ ਹੈ ਜਿੱਥੇ ਕਿ ਨਾ ਹਵਾ ਤੇ ਨਾ ਹੀ ਕੋਈ ਹੋਰ ਆਵਾਜ਼ ਇੱਕ ਦੂਜੇ ਦੀ ਸੁਣ ਸਕਦੇ ਆ। ਜੀ। ਤਾਂ ਕਮਾਲ ਦੀਆਂ ਗੱਲਾਂ ਹੈ। ਇਹ 100 ਕਿਲੋਮੀਟਰ ਉੱਤੇ ਚਲੇ ਜਾਈਏ ਤਾਂ ਸਾਡਾ ਜਿਹੜਾ ਹੈ ਵਾਯੂਮੰਡਲ ਖਤਮ ਹੋ ਜਾਂਦਾ। ਦੇਖੋ ਇਹ ਕਿੰਨੀਆਂ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਸਾਨੂੰ ਗੱਲਾਂ ਸਮਝਾ ਰਹੇ ਹੋ, ਸਾਨੂੰ ਇੱਕ ਹਨੇਰੇ ਦੇ ਵਿੱਚੋਂ ਕੱਢ ਕੇ ਬਾਹਰ ਗਿਆਨ ਦੀ ਵਿਸ਼ਾਲਤਾ ਤੋਂ ਬਾਅਦ ਵਿਗਿਆਨ, ਔਰ ਸਾਨੂੰ ਸੱਚਾਈ ਦੇ ਨਾਲ ਰੂਬਰੂ ਕਰਵਾ ਰਹੇ ਹੋ। ਅੱਛਾ, ਇੱਕ ਜਿਹੜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆ, ਲੋਕੀ ਜਿੱਦਾਂ ਆਪਾਂ ਹੁਣ ਐਡੀ ਦੂਰ, ਜਿਵੇਂ ਤੁਸੀਂ ਕਿਹਾ ਵੀ ਅਸੀਂ ਤਾਂ ਚੰਨ ਦੀਆਂ ਦੂਰੀਆਂ ਤੈਅ ਕਰ ਲਈਆਂ, ਉੱਥੇ ਤੱਕ ਅਸੀਂ ਪਹੁੰਚ ਕਰ ਲਈ ਹੈ ਜਿੱਥੇ ਕੁਝ ਹੈ ਵੀ ਨਹੀਂਗਾ, ਪਰ ਜਿੱਥੇ ਸਭ ਕੁਝ ਹੈਗਾ ਸਾਡੀ ਮਾਨਸਿਕਤਾ ਜਿਹੜੀ ਆ ਕਿ ਵਿਗਿਆਨ ਦੇ ਨੇੜੇ ਹੋਈ ਹੈ, ਕਿ ਵਿਗਿਆਨ ਦੇ ਘੇਰੇ ਦੇ ਵਿੱਚ ਆ ਗਈ ਹੈ, ਕਿ ਉਹਨੇ ਵਿਗਿਆਨ ਨੂੰ ਅਪਣਾ ਲਿਆ, ਕਿ ਉਹ ਅੱਜ ਦੇ ਸਮੇਂ ਦੇ ਹਾਣ ਦੀ ਹੋ ਗਈ ਹੈ। ਦੇਖੋ ਜੋਗੀ ਜੀ, ਤੁਹਾਡਾ ਪ੍ਰਸ਼ਨ ਹੈ ਨਾ ਜਿਹੜਾ, ਇਹ ਇਧਰਲੀ ਦਿਸ਼ਾ ਦੇ ਵਿੱਚ ਜਾਂਦਾ ਹੈ ਕਿ ਵਿਗਿਆਨ ਨੂੰ ਅਸੀਂ ਅਪਣਾਇਆ ਤਾਂ ਸਾਰਿਆਂ ਨਹੀਂ ਹੋਇਆ। ਕੋਈ ਮੁਨਕਰ ਨਹੀਂ ਹੋ ਸਕਦਾ ਕਿ ਕੋਈ ਪੱਖੇ ਦੇ ਵਿੱਚ ਹੇਠਾਂ ਬੈਠ ਕੇ ਉਸ ਪੱਖੇ ਦੇ ਦੁਆਰਾ ਘੁਮਾਈ ਜਾਂਦੀ ਹਵਾ ਦਾ ਆਨੰਦ ਨਹੀਂ ਲੈ ਰਿਹਾ ਜੀ, ਕਿ ਉਹ ਫ੍ਰਿਜ ਦਾ ਆਨੰਦ ਨਹੀਂ ਲੈ ਰਿਹਾ ਜੀ, ਕਿ ਉਹ ਸਫ਼ਰ ਕਰ ਰਿਹਾ ਜਿਹੜੇ ਵਾਹੀਕਲ ਦੇ ਵਿੱਚ ਉਹਨਾਂ ਦਾ ਆਨੰਦ ਨਹੀਂ। ਇਹਨਾਂ ਦੇ ਪਿੱਛੇ ਕੀ ਹੈ? ਆ ਬਿਜਲੀ ਹੈ। ਇਹ ਬਿਜਲੀ ਦਾ ਆਨੰਦ ਨਹੀਂ ਲੈ ਰਹੇ। ਇਹ ਸਾਰਾ ਵਿਗਿਆਨ ਹੈ। ਪਰ ਜੇ ਅਸੀਂ ਵਿਦਿਆਰਥੀ ਨੂੰ ਇਹ ਦੱਸ ਦਈਏ ਵੀ ਇਹ ਕਿਸ ਤਰ੍ਹਾਂ ਹੋ ਰਿਹਾ, ਕਿਵੇਂ ਹੋ ਰਿਹਾ, ਇਹਦੇ ਪਿੱਛੇ ਕਾਰਨ ਕੀ ਸੀ। ਪਹਿਲਾਂ ਹਨੇਰਾ ਸੀ, ਐਡੀਸਨ ਆਉਂਦੇ ਆ ਇੱਕ ਬਲਬ ਦੀ ਖੋਜ ਕਰਕੇ। ਦੇਖੋ ਇਹ ਵਿਗਿਆਨੀ ਸਾਨੂੰ ਏਡੀਆਂ ਸੇਧਾਂ ਦੇ ਗਏ ਹੋਏ ਆ। ਐਡੀਸਨ ਨੂੰ ਕਿਸੇ ਨੇ ਕਿਹਾ ਵੀ ਤੂੰ ਕੀ ਇਹ ਖੋਜ ਕੀਤੀ ਹੈ ਬਲਬ ਦੀ, ਕਹਿੰਦਾ 999 ਵਾਰੀ ਤੂੰ ਫੇਲ ਹੋ ਗਿਆ। ਤੇ ਕੀ ਫਾਇਦਾ ਹੋਇਆ? ਕਹਿੰਦਾ ਤੁਹਾਨੂੰ ਲੱਗਦਾ ਹੋਊਗਾ ਮੈਂ ਫੇਲ ਹੋ ਗਿਆ, ਮੈਂ ਫੇਲ ਨਹੀਂ ਹੋਇਆ। ਮੈਂ ਤਾਂ ਤੁਹਾਨੂੰ 999 ਉਹੀ ਜੇ ਤਰੀਕੇ ਦੱਸ ਚੱਲਿਆ ਕਿ ਜਿਨ੍ਹਾਂ ਨੂੰ ਅਜਮਾਉਣ ਦੀ ਤੁਹਾਨੂੰ ਲੋੜ ਨਹੀਂ ਹੈ। ਵਾਹ। ਕਿਉਂ ਐਵੇਂ ਮੱਥਾ ਨਾ ਮਾਰੀ ਜਾਓ ਉਹਨਾਂ 999 ਤਰੀਕਿਆਂ ਤੇ। ਤੇ ਜੇ ਉਹ ਮੰਨ ਲੈਂਦਾ ਵੀ ਹਾਂਜੀ ਮੈਂ ਫੇਲ ਹੋਇਆ ਜੀ, ਮੈਂ ਅੱਗੇ ਤੋਂ ਨਹੀਂ ਹੋਊਂਗਾ ਜੀ, ਮੈਂ ਤਿਆਰੀ ਕਰੂੰਗਾ। ਕਿਉਂਕਿ ਸਾਡੇ ਮਾਨਸਿਕਤਾ ਹੈ ਵੀ ਜੇਕਰ ਕੋਈ ਉਹ ਫਲਾਣਾ ਕੰਮ ਨਹੀਂ ਕਰ ਸਕਿਆ ਤੇ ਮੈਂ ਕਿਹੜਾ ਸੁਪਰਮੈਨ ਹੈ ਜਿਹੜਾ ਮੈਂ ਕਰ ਦੂੰਗਾ। ਸੋ ਅਸੀਂ ਕੋਸ਼ਿਸ਼ ਨਹੀਂ ਕਰਦੇ। ਤੇ ਇੱਕ ਦੇਖੋ ਤੁਹਾਡਾ ਜਿਹੜਾ ਕਿ ਬੜਾ ਲੰਮਾ ਚੌੜਾ ਤਜਰਬਾ ਆ, ਜਿਹੜੇ ਬੱਚੇ ਨੇ ਅੱਜ ਕੱਲ੍ਹ ਦੇ, ਉਹ ਗਣਿਤ ਤੋਂ, ਹਿਸਾਬ ਤੋਂ, ਮੈਥ ਤੋਂ ਬੜਾ ਡਰਦੇ ਨੇ, ਚੱਲਦੇ ਨੇ।
ਉਹ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਜਦੋਂ 10ਵੀਂ ਕਰਦੇ ਨੇ ਜਾਂ +2 ਕਰਦੇ ਨੇ ਉਹਨਾਂ ਦੀ ਕੰਪਾਰਟਮੈਂਟਸ ਵੀ ਆ ਜਾਂਦੀਆਂ। ਇਹ ਜਿਹੜਾ ਡਰ ਆ, ਜਿਹੜਾ ਤੁਸੀਂ ਸੌਖੇ ਤੇ ਸਰਲ ਤਰੀਕੇ ਦੇ ਨਾਲ ਤੁਸੀਂ ਬੱਚੇ ਨੂੰ ਪੜ੍ਹਾ ਵੀ ਦਿੰਦੇ ਹੋ, ਇਹ ਵੀ ਤਾਂ ਡਰ ਇਹ ਵੀ ਕੱਢਿਆ ਜਾ ਸਕਦਾ? ਇਹ ਬਿਲਕੁਲ ਕੱਢਿਆ ਜਾ ਸਕਦਾ। ਦੇਖੋ, ਡਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਤੁਸੀਂ ਇਹ ਡਰ ਨੂੰ ਮੁਕਾਉਣਾ ਚਾਹੁੰਦੇ ਹੋ ਨਾ, ਤੇ ਗਣਿਤ ਦਾ ਡਰ ਜਿਹੜਾ, ਮੈਂ ਕਹਿੰਦਾ ਵੀ ਤੁਸੀਂ ਕਦੇ, ਜੋਗੀ ਜੀ ਮੈਂ ਤੁਹਾਨੂੰ ਹੀ ਪ੍ਰਸ਼ਨ ਕਰਦਾ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਇੰਨੀ ਉਮਰ ਹੰਢਾਈ ਹੈ ਤੇ ਕਿਹੜੇ ਤੁਸੀਂ ਮੈਥਮੈਟੀਸ਼ੀਅਨ ਨੂੰ ਮਿਲੇ ਹੋ ਤੇ ਕਿਹੜੇ ਵਿਗਿਆਨੀ ਨੂੰ ਮਿਲੇ ਹੋ? ਮੈਨੂੰ ਇਹ ਦੱਸੋ, ਕੀ ਕਿਸੇ ਨੂੰ ਮਿਲੇ ਹੋ? ਨਹੀਂ ਮਿਲੇ। ਤਾਂ ਮੈਂ ਅੱਜ ਹਰ ਵਿਦਿਆਰਥੀ ਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਸਾਡੇ ਘਰ ਦੇ ਵਿੱਚ ਇੱਕ ਵਿਗਿਆਨੀ ਬੈਠਾ ਤੇ ਇੱਕ ਗਣਿਤ ਸ਼ਾਸਤਰੀ ਬੈਠਾ। ਅੱਛਾ। ਹਰ ਘਰ ਦੇ ਵਿੱਚ, ਚਾਹੇ ਉਹ ਵਿਗਿਆਨ ਪੜ੍ਹਦਾ ਬੱਚਾ ਚਾਹੇ ਨਹੀਂ ਪੜ੍ਹਦਾ, ਪਰ ਵਿਗਿਆਨੀ ਤੇ ਗਣਿਤ ਸ਼ਾਸਤਰੀ ਘਰ 'ਚ ਹੈ। ਤੁਸੀਂ ਕਹੋ ਜੀ ਉਹ ਕਿਵੇਂ? ਜਿਹੜੇ ਸਾਡੇ ਮਾਤਾ ਜੀ ਹੈ ਵਿਗਿਆਨੀ ਹੈ, ਸਿਰਫ ਮਾਤਾ ਜੀ ਤੱਕ ਸੀਮਿਤ ਕਰਤਾ ਹੋਇਆ ਸੀ। ਮਾਤਾ ਜੀ ਵਿਗਿਆਨੀ ਕਿਵੇਂ ਆ ਸਾਡੇ? ਸਵੇਰੇ ਉੱਠਦੇ ਪ੍ਰਯੋਗ ਸ਼ੁਰੂ ਕਰ ਦਿੰਦੇ ਆ। ਕਹਿੰਦੇ ਜੀ ਤੁਸੀਂ ਕਹੋ ਜੀ ਪ੍ਰਯੋਗ, ਸਭ ਤੋਂ ਪਹਿਲਾਂ ਜਿਹੜੀ ਅੱਗ ਬਾਲਣੀ ਹੈ ਸਭ ਤੋਂ ਵੱਡਾ ਪ੍ਰਯੋਗ ਹੈ। ਹਾਂ। ਤੇ ਅੱਗ ਬਲਣ ਦੇ ਲਈ ਆਕਸੀਜਨ ਚਾਹੀਦੀ ਹੈ ਜੀ। ਉਹ ਪਦਾਰਥ ਚਾਹੀਦਾ ਜਿਹਨੂੰ ਅੱਗ ਲਾਣੀ ਹੈ ਜੀ। ਉਹ ਪਦਾਰਥ ਚਾਹੀਦਾ ਜਿਹਦੇ ਨਾਲ ਅੱਗ ਲਾਣੀ ਹੈ। ਉਹ ਟੈਂਪਰੇਚਰ ਚਾਹੀਦਾ ਜਿੱਤੇ ਅੱਗ ਲੱਗਣੀ ਹੈ। ਸਹੀ ਗੱਲ ਹੈ। ਤੇ ਲੋਹੜੀ ਵੇਲੇ ਇਹੀ ਦੇਖਦੇ ਆ ਨਾ, ਤੇ ਮੇਰੇ ਵਰਗਾ ਜਾ ਕੇ ਕਹਿ ਦਿੰਦਾ ਮੈਂ ਲਾਨਾ ਲੋਹੜੀ ਨੂੰ ਬਾਲਦਾ ਮੈਂ, ਤੇ ਉੱਥੇ ਫੂਕਾ ਮਾਰੀ ਜਾਂਦਾ ਹੁੰਦਾ ਤੇ ਲੱਗਦੀ ਨਹੀਂ ਹੁੰਦੀ ਅੱਗ। ਤੇ ਮਾਤਾ ਜਾਂ ਬਜ਼ੁਰਗ ਆ ਕੇ ਕਹਿੰਦੀ ਉਹ ਲੱਕੜਾਂ ਐ ਰੱਖ, ਇਹਦੇ ਵਿੱਚੋਂ ਹਵਾ ਪਾਸ ਹੋਵੇ, ਹਵਾ ਚੋਂ ਆਕਸੀਜਨ ਲੈਣੀ। ਬਿਲਕੁਲ ਰੇਣੀ ਜੀ ਲਾਉਂਦੇ ਆ, ਜਿਹਨੂੰ ਆਪਾਂ ਕਹਿੰਦੇ ਚੁੱਲ੍ਹੇ ਦੇ ਵਿੱਚ ਰੇਣ ਲਾ ਲਓ ਜੀ। ਤੋ ਇਹ ਵਿਗਿਆਨ ਦੀਆਂ ਗੱਲਾਂ ਜਿਹੜੀਆਂ ਨਾ, ਇਹ ਬੜੀਆਂ ਦਿਲਚਸਪ ਗੱਲਾਂ ਹੈ। ਵਿਗਿਆਨੀ ਹੈ ਸਾਡੇ ਮਾਤਾ ਜੀ। ਜਦੋਂ ਭਾਂਡਾ ਰੱਖਦੇ ਆ ਨਾ ਪਾਣੀ ਦਾ ਭਰ ਕੇ ਅੱਗ ਦੇ ਉੱਤੇ, ਤੇ ਪਾਣੀ ਉਬਲਣਾ ਸ਼ੁਰੂ ਹੋ ਜਾਂਦਾ, ਤੇ ਵਿਗਿਆਨੀ ਇਹੀ ਤਾਂ ਕਹਿ ਰਹੇ ਆ ਵੀ ਜਦੋਂ ਪਾਣੀ ਉਬਲਦਾ ਉਹਦਾ ਉਬਾਲ ਦਰਜਾ ਜਿਹੜਾ ਬੋਇਲਿੰਗ ਪੁਆਇੰਟ ਹੈ 100 ਡਿਗਰੀ ਸੈਲਸੀਅਸ ਹੈ, ਚੈੱਕ ਕਰ ਲਓ ਜੀ। ਤੇ ਉਹ ਕਰੇ ਰੋਜ਼ ਉਬਲ ਰਿਹਾ ਪਾਣੀ ਸਾਡੇ। ਤਾਂ ਸਾਡੀ ਰਸੋਈ ਨੂੰ ਰਸੋਈ ਨਾ ਸਮਝੋ, ਰਸੋਈ ਇੱਕ ਪ੍ਰਯੋਗਸ਼ਾਲਾ ਹੈ ਜਿੱਥੇ ਸਾਡੀ ਮਾਤਾ ਹਰ ਰੋਜ਼ ਲੱਖਾਂ ਹੀ ਪ੍ਰਯੋਗ ਕਰਦੀ ਹੈ। ਤੁਸੀਂ ਕਹੋ ਜੀ ਲੱਖਾਂ ਦਾ ਕੀ ਮਤਲਬ ਹੋਇਆ? ਮੈਂ ਕਹਿੰਦਾ ਜੇ ਉਹ ਇੱਕ ਚੀਜ਼ ਕਿਸੇ ਨੂੰ ਚੱਕਦੀ ਹੈ ਨਾ, ਤਾਂ ਉਹ ਵੀ ਪ੍ਰਯੋਗ ਹੋ ਜਾਇਆ ਕਰਦਾ। ਕਿਉਂਕਿ ਨਿਊਟਨ ਨੇ ਇਹ ਗੱਲ ਕਹੀ ਸੀਗੀ, ਕਹਿੰਦਾ ਜੇ ਕੋਈ ਚੀਜ਼ ਪਈ ਹੈ ਪਈ ਰਹੂਗੀ, ਜੇ ਕੋਈ ਚੱਲਦੀ ਹੈ ਚੱਲਦੀ ਰਹੂਗੀ, ਜਦ ਤੱਕ ਉਸ ਤੇ ਕੋਈ ਬਾਹਰੀ ਬਲ ਨਹੀਂ ਲੱਗਦਾ। ਹਾਂ। ਤੇ ਮਾਤਾ ਨੇ ਇੱਕ ਚੱਕਿਆ ਭਾਂਡਾ ਇਧਰੋਂ ਇੱਧਰ ਰੱਖਤਾ, ਕਹਿੰਦੇ ਜੀ ਪ੍ਰਯੋਗ ਹੋ ਗਿਆ। ਤੇ ਇੱਕ ਅਸੀਂ ਕੰਧ ਨੂੰ ਧੱਕਾ ਲਾਈ ਗਏ, ਕੰਧ ਪਰਾਂ ਹੀ ਨਹੀਂ ਹੋਈ ਹੈ। ਚਾਹੇ ਤੁਸੀਂ 4 ਘੰਟੇ ਚਾਹੇ 8 ਘੰਟੇ ਧੱਕਾ ਲਾਇਆ, ਕੰਧ ਨਹੀਂ ਪਰਾਂ ਹੋਈ ਹੈ। ਪਰ ਸਾਡਾ ਭੌਤਿਕ ਵਿਗਿਆਨ ਇਹ ਕਹਿੰਦਾ ਵੀ ਕੋਈ ਕੰਮ ਨਹੀਂ ਕੀਤਾ ਤੁਸੀਂ ਅੱਜ, ਕਿਉਂਕਿ ਡਿਸਪਲੇਸਮੈਂਟ ਜ਼ੀਰੋ ਹੈ। ਜੇ ਡਿਸਪਲੇਸਮੈਂਟ ਜ਼ੀਰੋ ਹੈ ਤਾਂ ਲੱਗਿਆ ਹੋਇਆ ਬਲ ਵੀ ਨਾਲ ਹੀ ਜ਼ੀਰੋ ਹੋ ਜਾਂਦਾ। ਵਾਹ। ਤੇ ਡਿਸਪਲੇਸਮੈਂਟ ਚਾਹੀਦੀ ਹੈ ਇੱਥੇ, ਤਾਂ ਉਸ ਵਿਦਿਆਰਥੀ ਦੇ ਵਿੱਚ ਡਿਸਪਲੇਸਮੈਂਟ ਲਿਆਓ। ਕਿਉਂਕਿ ਸਿਆਣਿਆਂ ਨੇ ਇਹ ਕਿਹਾ ਵੀ ਖੜੇ ਹੋਏ ਪਾਣੀ ਦੇ ਵਿੱਚੋਂ ਵੀ ਸਮੈਲ ਆਣੀ ਸ਼ੁਰੂ ਹੋ ਜਾਂਦੀ। ਬਿਲਕੁਲ ਜੀ, ਹਵਾੜ ਮਾਰਦੇ ਆ। ਤੇ ਉਹ ਕੀ ਹੈ? ਡਿਸਪਲੇਸਮੈਂਟ ਹੀ ਹੈ ਨਾ। ਬਿਲਕੁਲ। ਤਾਂ ਉਹ ਡਿਸਪਲੇਸਮੈਂਟ ਜਦੋਂ ਕਿਸੇ ਚੀਜ਼ 'ਚ ਆ ਜਾਏਗੀ ਤਾਂ ਸਾਡਾ ਕੰਮ ਮੰਨਿਆ ਜਾਏਗਾ। ਹੁਣ ਇਹਦੇ 'ਚ ਮੈਂ ਕਿੰਨੀ ਕੁ ਡਿਸਪਲੇਸਮੈਂਟ ਕੀਤੀ ਹੈ? ਕਹਿੰਦੇ ਜੀ ਕੰਮ, ਭੌਤਿਕ ਵਿਗਿਆਨ ਕਹਿੰਦਾ ਕੰਮ ਹੋ ਗਿਆ, ਪਰ ਮੈਂ ਕੰਧ ਨੂੰ ਧੱਕਾ ਲਾਈ ਜਾਂਦਾ, ਕੋਈ ਕਹਿੰਦੇ ਕੋਈ ਕੰਮ ਨਹੀਂ ਕੀਤਾ ਤੁਸੀਂ। ਹੁੰਦਾ ਨਹੀਂ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਮਾਤਾ ਜੀ ਦਾ ਜਿਹੜਾ ਪ੍ਰਯੋਗ ਕਰਨ ਦਾ ਲਹਿਜਾ, ਉਹ ਆਟਾ ਗੁੰਨ ਦੇਣਾ ਗੱਲਾਂ ਕਰਦੇ ਕਰਦੇ ਹੀ, ਨਾ ਹੱਥਾਂ ਨੂੰ ਲੱਗਣਾ ਨਾ ਪਰਾਤ ਨੂੰ ਲੱਗਣਾ। ਸਹੀ ਗੱਲ ਹੈ। ਮੈਂ ਕੋਈ ਗੁੰਨ ਕੇ ਦਿਖਾਵੇ। ਹਾਂ। ਅਣਜਾਣ ਬੰਦਾ ਹੱਥ ਪਾ ਕੇ ਹੀ ਕਹਿੰਦਾ ਓ ਹੋ ਕਹਿੰਦਾ ਆ ਕੀ ਹੋ ਗਿਆ, ਤਾਂ ਛੱਡਦਾ ਹੀ ਨਹੀਂ। ਤੋ ਇਹ ਵਿਗਿਆਨੀ ਤੋਂ ਘੱਟ ਹੈ ਕਿਤੇ। ਬਿਲਕੁਲ। ਤੋ ਜਿਹੜੇ ਮਾਤਾ ਜੀ ਆ ਸਾਡੇ, ਉਹ ਵਿਗਿਆਨੀ ਹੈ। ਤੇ ਉਸ ਤੋਂ ਬਾਅਦ ਜਿਹੜਾ ਪ੍ਰਯੋਗ ਕਰ ਰਹੇ ਹੁੰਦੇ ਆ ਨਾ, ਤੇ ਜਦੋਂ ਚਾਹ ਪੱਤੀ ਵਿੱਚ ਪਾਉਂਦੇ ਆ, ਤੇ ਫਿਰ ਉਸ ਤੋਂ ਬਾਅਦ ਚਿੱਟੇ ਰੰਗ ਦਾ ਦੁੱਧ ਪਾਉਂਦੇ ਆ, ਤੇ ਉਦੋਂ ਸੀਨ ਦੇਖਣ ਵਾਲਾ ਹੁੰਦਾ ਜੀ। ਕਹਿੰਦੇ ਰੰਗ ਹੀ ਬਦਲ ਗਿਆ, ਦੁੱਧ ਦਾ ਰੰਗ ਹੀ ਬਦਲ ਗਿਆ। ਉਹ ਜਿਹੜੀ ਰਸਾਇਣ ਵਿਗਿਆਨ ਦੀ ਪ੍ਰਯੋਗਸ਼ਾਲਾ ਕੀ ਹੋ ਰਿਹਾ? ਕਹਿੰਦੇ ਇੱਕ ਟੈਸਟ ਟਿਊਬ ਲਓ, ਉਹਦੇ 'ਚ ਥੋੜੇ ਜਿਹੇ ਟੁਕੜੇ ਆਲੂ ਦੇ ਪਾ ਲਓ, ਉਹਦੇ 'ਚ ਆਇਓਡੀਨ ਦਾ ਸੋਲੂਸ਼ਨ ਪਾ ਲਓ, ਕਲਰ ਚੇਂਜਿਸ, ਇਹਦਾ ਕਲਰ ਚੇਂਜਿਸ ਸਟਾਰਜਿਸ ਪ੍ਰੈਜ਼ੈਂਟ। ਅਰੇ ਵਾਹ, ਜੇ ਉੱਥੇ ਕਲਰ ਚੇਂਜ ਹੋ ਰਿਹਾ, ਕਲਰ ਤਾਂ ਘਰੇ ਵੀ ਚੇਂਜ ਹੋ ਰਿਹਾ। ਪਰ ਸਾਡੀ ਅੱਖ ਨੇ ਦੇਖਿਆ ਨਹੀਂ ਹੈ ਵੀ ਉਹ ਵਿਗਿਆਨੀ ਹੈ, ਉਹਦੇ ਪੈਰ ਫੜ ਲੈ ਜਾ ਕੇ। ਬਿਲਕੁਲ ਜੀ। ਔਰ ਸੱਚਮੁੱਚ ਸਾਡੇ ਘਰਾਂ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਨੇ, ਉਹ ਸੱਚਮੁੱਚ ਵਿਗਿਆਨੀ ਦੇ ਤੌਰ ਤੇ ਨਿਤ ਵਿਚਰਦੀਆਂ ਨੇ, ਪਰ ਅਸੀਂ ਉਹਨਾਂ ਵਿਗਿਆਨੀਆਂ ਦੇ ਨਾਲ ਹੋ ਕੇ ਵੀ ਉਹਨਾਂ ਤੋਂ ਦੂਰ ਹਾਂ। ਜਿਵੇਂ ਡਾਕਟਰ ਜਸਵਿੰਦਰ ਸਿੰਘ ਹੋਣਾ ਨੇ ਕਿਹਾ ਕਿ ਸਾਡੀ ਅੱਖ ਜਿਹੜੀ ਆ ਉਹ ਉਹਨਾਂ ਨੂੰ ਦੇਖਦੀ ਨਹੀਂ। ਅੱਜ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਰੇ ਦੇਖਣਾ ਜ਼ਰੂਰ ਸ਼ੁਰੂ ਕਰ ਦੇਣਗੇ ਔਰ ਵਿਗਿਆਨ ਦੇ ਹੋਰ ਵੀ ਨੇੜੇ ਹੋ ਜਾਣਗੇ, ਤੇ ਆਪਾਂ ਤੁਹਾਡੇ ਨਾਲ ਇਸੇ ਤਰ੍ਹਾਂ ਵਿਗਿਆਨ ਦੀਆਂ ਗੱਲਾਂ ਹੋਰ ਕਰਦੇ ਰਹਾਂਗੇ। ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ ਆਪਾਂ ਮੁੜ ਪਰਤਦੇ ਹਾਂ। ਖੜ ਕੇ
ਨਸ਼ੇ ਹੁੰਦੇ ਮਾੜੇ ਕੋਈ ਚੰਗੀ ਚੀਜ਼ ਖਾ ਲਵੋ ਜਿਮ ਵਿੱਚ ਜਾ ਕੇ ਤੁਸੀਂ ਸਿਹਤ ਵੀ ਬਣਾ ਲਵੋ ਨਸ਼ੇ ਹੁੰਦੇ ਮਾੜੇ ਕੋਈ ਚੰਗੀ ਚੀਜ਼ ਖਾ ਲਵੋ ਆਵੋ ਰੋਟੀਆਂ ਤੇ ਮੱਖਣ ਮਲਾਈਆਂ ਧਰ ਕੇ ਆਵੋ ਰੋਟੀਆਂ ਤੇ ਮੱਖਣ ਮਲਾਈਆਂ ਧਰ ਕੇ ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ छोटू के लिए छोटू सा बेड, छोटू सा टेडी, छोटू ब्लैंकेट। इन मच्छरों को भगाने आया नया गुड नाइट छोटू लिक्विड सिर्फ 50 रुपए में। आपकी छोटू सी फैमिली के लिए गुड नाइट का नया छोटू लिक्विड सिर्फ 50 रुपए में। घर में मेहमान आने वाले हैं। मेहमान नहीं यार, मैं आज किसी से नहीं मिल सकता, मेरे बालों को तो देखो। वाह, कौन हो तुम? I'm Godrej Air Power Pocket। You smell nice। गोदरेज एयर पावर पॉकेट, इसकी पावर जेल टेक्नोलॉजी रखे बाथरूम खुशबूदार पूरे 30 दिनों तक। अब तो ये मेहमान कभी नहीं जाएंगे यार। पहला कमजोरी होवेगी फिर बुखार फिर ब्लड टेस्ट पर तू डरी ना मम्मी तेनू भी हॉस्पिटल ले जाणगे डैडी ਨੂੰ ਮੱਛਰ ਨੇ ਕੱਟਿਆ ਸੀ ਨਾ ਹੁਣ ਉਸ ਨੂੰ ਵੀ ਡੇਂਗੂ ਹੋਵੇਗਾ ਟੈਡੀ ਨੂੰ ਬੋਲ ਦੇ ਹੁਣ ਇਸ ਘਰ ਵਿੱਚ ਕਿਸੇ ਨੂੰ ਡੇਂਗੂ ਨਹੀਂ ਹੋਵੇਗਾ ਕਾਲਾ ਹਿੱਟ ਇਹ ਮੱਛਰਾਂ ਨੂੰ ਮਾਰ ਡਿਗਾਏ ਅਤੇ ਡੇਂਗੂ ਤੋਂ ਬਚਾਏ ਕਾਲਾ ਹਿੱਟ हैंड वॉश ऐड है ना एक डॉक्टर होगा एक छोटा बच्चा जिससे 2 गंदे हाथ अते एक सुपर स्मार्ट मम्मी है ना चलो हैंड वॉश दो अरे ये तो सैशे है ਮੈਮ ਇਹ ਸੈਸ਼ੇ ਹੀ ਹੈਂਡ ਵਾਸ਼ ਹੈ ਇਸ ਦੇ ਮੈਜੀਕਲ ਪਾਊਡਰ ਨੂੰ ਪਾਣੀ ਵਿੱਚ ਮਿਲਾਓ ਸ਼ੇਕ ਕਰੋ ਅਤੇ ਸਾਬਣ ਦੀ ਕੀਮਤ ਵਿੱਚ ਗੋਦਰੇਜ ਮੈਜਿਕ ਹੈਂਡ ਵਾਸ਼ ਤਿਆਰ। नाउ दैट्स मैजिक। ਵਾਪਸੀ ਤੇ ਇੱਕ ਵਾਰ ਮੁੜ ਤੁਹਾਡਾ ਸਵਾਗਤ ਹੈ ਗੱਲਾਂ ਤੇ ਗੀਤ ਵਿੱਚ। ਔਰ ਅੱਜ ਗੱਲਾਂ ਤੇ ਗੀਤ ਵਿੱਚ ਗੱਲਾਂ ਜਿਹੜੀਆਂ ਬੜੀਆਂ ਮਜ਼ੇਦਾਰ ਹੋ ਰਹੀਆਂ ਨੇ ਜ਼ਿੰਦਗੀ ਦੇ ਹਕੀਕਤ ਦੇ ਬਿਲਕੁਲ ਨੇੜੇ ਗਿਆਨ ਵਿਗਿਆਨ ਦੀਆਂ ਗੱਲਾਂ ਔਰ ਗਣਿਤ ਦੀਆਂ ਗੱਲਾਂ। ਔਰ ਸਾਡੇ ਨਾਲ ਗੱਲਾਂ ਬਾਤਾਂ ਦੇ ਵਿੱਚ ਹਾਜ਼ਰ ਨੇ ਜੀ ਡਾਕਟਰ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਹਿਸਾਬ ਦੇ ਪਿਤਾਮਾ ਵੀ ਕਹਿੰਦੇ ਹਾਂ ਕਿਉਂਕਿ ਬੜੇ ਸੌਖੇ ਤਰੀਕੇ ਦੇ ਨਾਲ ਇਹ ਹਿਸਾਬ ਸਾਰਾ ਸਮਝਾ ਵੀ ਦਿੰਦੇ ਨੇ। ਗਣਿਤ ਦੇ ਔਖੇ ਤੋਂ ਔਖੇ ਸਵਾਲ ਜਿਹੜੇ ਆ ਉਹ ਹੱਲ ਵੀ ਕਰਨੇ ਬੱਚਿਆਂ ਨੂੰ ਸਿਖਾਉਂਦੇ ਨੇ। ਔਰ ਜੇਕਰ ਆਪਾਂ ਗੱਲ ਕਰੀਏ ਡਾਕਟਰ ਸਾਹਿਬ ਜਦੋਂ ਤੁਸੀਂ ਉਸ ਉਮਰ ਦੇ ਵਿੱਚ ਹੁੰਦੇ ਸੀ ਕਿ ਜਿਸ ਉਮਰ ਦੇ ਵਿੱਚ ਹਿਸਾਬ ਤੋਂ ਡਰ ਲੱਗਦਾ ਤੁਹਾਨੂੰ ਵੀ ਲੱਗਦਾ ਹੁੰਦਾ ਸੀਗਾ? ਬਿਲਕੁਲ ਬਿਲਕੁਲ ਡਰ ਤਾਂ ਸਾਡੇ ਤੇ ਵੀ ਉਹੀ ਸੀਗਾ ਤੇ ਉਹ ਡਰ ਦੇ ਵਿੱਚੋਂ ਹੀ ਨਿਕਲ ਕੇ ਆਏ ਆ ਅਸੀਂ। ਅੱਛਾ। ਤੇ ਉਹਦੇ ਵਿੱਚ ਨੰਬਰਾਂ ਦਾ ਘੱਟ ਆਣਾ ਠੀਕ ਹੈ ਤੇ ਹਮੇਸ਼ਾ ਮੈਨੂੰ ਯਾਦ ਆ ਗਈ ਤੁਹਾਡੇ ਜੋਗੀ ਸਾਹਿਬ ਇਹ ਗੱਲ ਕਰਨ ਤੋਂ ਕਿ ਇੱਕ ਵਾਰੀ ਮੇਰੇ ਮਾਤਾ ਜੀ ਸਕੂਲ ਗਏ ਤੇ ਮੇਰੇ ਅਧਿਆਪਕ ਨੂੰ ਕਹਿਣ ਲੱਗੇ ਕਿ ਤੁਸੀਂ ਬਸ ਕੱਲਾ ਸਾਰਾ ਦਿਨ ਇਹਨਾਂ ਨੂੰ ਡਰਾਇੰਗ ਹੀ ਪੜ੍ਹਾਉਂਦੇ ਹੋ ਹੋਰ ਕੋਈ ਕੰਮ ਨਹੀਂ ਕਰਾਉਂਦੇ। ਅੱਛਾ। ਕਿਉਂਕਿ ਮੈਂ ਜਿਹੜਾ ਸੀਗਾ ਵਿਗਿਆਨ ਗਣਿਤ ਇੰਗਲਿਸ਼ ਹੋਰ ਵਿਸ਼ਿਆਂ ਤੋਂ ਡਰਦਾ ਸੀ ਇਸ ਲਈ ਸਾਡਾ ਡਰਾਇੰਗ ਦੇ ਵਿੱਚ ਇੰਨਾ ਜ਼ਿਆਦਾ ਇੰਟਰਸਟ ਸੀਗਾ ਕਿ ਸਾਰੀ ਦਿਹਾੜੀ ਡਰਾਇੰਗ ਹੀ ਕਰੀ ਜਾਣੇ ਨਵੇਂ ਨਵੇਂ ਰੰਗ ਬਣਾਈ ਜਾਣੇ ਮਤਲਬ ਇਹ ਚੀਜ਼ਾਂ ਅਸੀਂ ਕਰਦੇ ਰਹੇ ਲੇਕਿਨ ਉਹ ਜਿਹੜਾ ਡਰ ਸੀਗਾ ਉਹ ਇਹ ਸਾਨੂੰ ਸਤਾਉਂਦਾ ਸੀਗਾ। ਲੇਕਿਨ ਜਦੋਂ ਮੈਂ ਆਪਣੀ ਉਮਰ ਦੇ ਵਿੱਚ ਅੱਗੇ ਅੱਗੇ ਆਉਣ ਲੱਗਿਆ ਤਾਂ ਕਾਲਜ ਦੇ ਵਿੱਚ ਮੇਰੇ ਇੱਕ ਪ੍ਰੋਫੈਸਰ ਸਾਹਿਬ ਜਿਨ੍ਹਾਂ ਦਾ ਨਾਮ ਸੀ ਆਰ ਐਸ ਸ਼ਰਮਾ ਉਹਨਾਂ ਨੂੰ ਲੌਗ ਟੇਬਲ ਦੇ ਮਤਲਬ ਵੀ ਵੈਲਿਊਜ਼ ਜ਼ੁਬਾਨੀ ਯਾਦ ਅੱਛਾ ਚਟਕ ਲੱਗ ਗਈ ਯਾਰ ਸਾਡੇ ਅਧਿਆਪਕ ਇੰਨੇ ਮਹਾਨ ਹੈ ਤੇ ਅਸੀਂ ਕਿਉਂ ਨਹੀਂ ਬਣ ਸਕਦੇ ਅਸੀਂ ਵੀ ਚੱਲੀਏ ਇਸ ਤਰ੍ਹਾਂ। ਮੈਨੂੰ ਕਹਿੰਦੇ ਵੀ ਆਹ ਪ੍ਰਸ਼ਨ ਹੈ ਜਿਹੜਾ ਇਹ ਕਰ ਲੈ ਮੈਂ ਕਿਹਾ ਜੀ ਹੋ ਗਿਆ ਇਹ ਤਾਂ ਆ ਗਿਆ ਤੇ ਪੇਪਰ ਦੇ ਵਿੱਚ ਉਹੀ ਪ੍ਰਸ਼ਨ ਆ ਗਿਆ ਤੇ ਮੇਰੇ ਤੋਂ ਹੱਲ ਨਹੀਂ ਹੋਇਆ ਤੇ ਉਸ ਦਿਨ ਮੇਰੀ ਹਾਲਤ ਦੇਖਣ ਵਾਲੀ ਸੀ ਵੀ ਮੈਂ ਮੱਥੇ ਤੇ ਹੱਥ ਮਾਰ ਰਿਹਾ ਸੀਗਾ ਵੀ ਇਹ ਪ੍ਰਸ਼ਨ ਜਿਹੜਾ ਹੈ ਮੈਂ ਦੇਖਿਆ ਹੋਇਆ ਸੀ ਪਰ ਮੇਰੇ ਤੋਂ ਨਿਕਲਿਆ ਨਹੀਂ ਹੈ ਕਾਰਨ ਕੀ ਹੈ ਤਾਂ ਉੱਥੋਂ ਮੈਨੂੰ ਕਾਰਨ ਸਮਝ ਆਇਆ ਸੀ ਕਿ ਗਣਿਤ ਜਿਹੜਾ ਵਿਸ਼ਾ ਹੈ ਮੈਥਮੈਟਿਕਸ ਜਿਹੜਾ ਵਿਸ਼ਾ ਹੈ ਉਹ ਵੇਖਣ ਦਾ ਵਿਸ਼ਾ ਨਹੀਂ ਹੈ ਲਿਖਣ ਦਾ ਵਿਸ਼ਾ। ਸਾਡਾ ਬੱਚਾ ਕਿਉਂ ਡਰ ਰਿਹਾ ਕਿ ਉਹ ਜਵਾਨੀ ਉਹਦੇ ਨਾਲ ਗੱਲਾਂ ਕੀਤੀਆਂ ਜਾਂਦੀਆਂ ਲਿਖਾਇਆ ਹੀ ਨਹੀਂ ਜਾਂਦਾ। ਜਿੰਨਾ ਜ਼ਿਆਦਾ ਵਿਦਿਆਰਥੀ ਲਿਖੂਗਾ ਨਾ ਮੈਥ ਲਿਖ ਲਿਖ ਕੇ ਕੀਤਾ ਜਾਊਗਾ ਮੈਥ ਦੇਖ ਕੇ ਨਹੀਂ ਹੋਊਗਾ। ਤਜਰਬਾ ਇਹ ਤਜਰਬਾ ਜਦੋਂ ਤੁਸੀਂ ਲਿਖਦੇ ਹੋ ਨਾ ਤਾਂ ਮੈਂ ਅਕਸਰ ਇਹ ਗੱਲ ਨੂੰ ਇਸ ਨਾਲ ਲਿੰਕ ਕਰਦਾ ਹੁੰਦਾ ਕਿ ਲਿਖਣਾ ਕੀ ਹੈ ਕਿ ਤੁਸੀਂ ਇਨਪੁਟ ਦੇ ਰਹੇ ਹੋ ਤੇ ਉਹ ਕਾਪੀ ਦੇ ਉੱਤੇ ਜਿਹੜਾ ਆ ਰਿਹਾ ਉਹ ਪ੍ਰਿੰਟ ਆ ਰਿਹਾ ਉਹ ਤੁਹਾਡਾ ਪ੍ਰਿੰਟਰ ਹੈ ਉਹ ਪ੍ਰਿੰਟ ਜਦ ਤੱਕ ਨਹੀਂ ਹੁਣ ਜੇ ਤੁਸੀਂ ਕਹੋ ਜੀ ਮੈਂ ਆਪਣੇ ਪੀਸੀ ਤੇ ਜਾਂ ਡੈਸਕਟਾਪ ਦੀ ਉਹਦੇ ਉੱਤੇ ਮੈਂ ਟਾਈਪ ਕਰਤਾ ਤੇ ਮੈਂ ਆਪਣੇ ਡਾਇਰੈਕਟਰ ਸਾਹਿਬ ਕੋਲ ਲੈ ਜਾਂ ਤੇ ਉਹ ਸਾਈਨ ਕਰ ਦੇਣ ਉੱਥੇ ਕਿਤੇ ਸਾਈਨ ਕਰਨਗੇ ਆਊਟਪੁੱਟ ਆਊਗੀ ਤੇ ਸਾਈਨ ਹੋਣੇ ਆ। ਬਿਲਕੁਲ। तो आउटपुट बहुत ज़्यादा जरूरी है और मैथमैटिक्स का डर कढ़ण दे लई सिर्फ ते सिर्फ मेरे छोटे हुंदियां दे अध्यापक जिन्हां ने मैनू ये पेंसिल दित्ती सी। अच्छा
ਇਹ ਪੈਨਸਲ ਉਹਨਾਂ ਦੀ ਪੈਨਸਲ ਇਹ ਜੇਬ ਦੇ ਵਿੱਚ ਮੈਂ ਰੱਖਦਾ ਇੱਕ ਯਾਦ ਵਜੋਂ। ਇਹ ਉਹੀ ਪੈਨਸਲ ਨਹੀਂ ਹੈ ਪਰ ਇਹ ਯਾਦਗਾਰੀ ਹੈ ਇੱਕ, ਵੀ ਇੱਕ ਅਧਿਆਪਕ ਨੇ ਮੈਨੂੰ ਕਿਹਾ ਸੀਗਾ ਵੀ ਤੇਰੀ ਹੈਂਡਰਾਈਟਿੰਗ ਬਹੁਤ ਗੰਦੀ ਹੈ, ਤੂੰ ਇਹ ਪੈਨਸਲ ਨਾਲ ਲਿਖਿਆ ਕਰ ਜਿਹੜਾ ਕੰਮ ਕਰਨਾ ਹੁੰਦਾ। ਤਾਂ ਉਹਨਾਂ ਦੀ ਯਾਦ ਦੇ ਵਿੱਚ ਹਰ ਰੋਜ਼ ਇਹ ਪੈਨਸਲ ਮੈਂ ਜੇਬ 'ਚ ਰੱਖਦਾ ਤੇ ਹਰ ਰੋਜ਼ ਇੱਕ ਬੱਚਾ ਜਿਹੜਾ ਹੈ ਸਵੇਰੇ ਜਦੋਂ ਕਲਾਸ ਦੇ ਵਿੱਚ ਹੁੰਨਾ ਤੇ ਜਿਹੜਾ ਵਿਦਿਆਰਥੀ ਪ੍ਰਸ਼ਨ ਦਾ ਲਾਜਵਾਬ ਦਿੰਦਾ ਨਾ, ਜਵਾਬ ਮਤਲਬ ਵੀ ਬੇਮਿਸਾਲ ਦਿੰਦਾ, ਤੇ ਮੈਂ ਖੁਸ਼ ਹੋ ਕੇ ਫਿਰ ਪੈਨਸਲ ਦਿੰਦਾ। ਹੁਣ ਪੈਨਸਲ ਤੋਂ ਬਾਅਦ ਮੇਰੇ ਕੋਲ ਕੀ ਰਹਿ ਜਾਂਦਾ? ਮੇਰਾ 골ਡਨ ਪੈਨ ਰਹਿ ਜਾਂਦਾ। ਤਾਂ ਫਿਰ ਮੈਂ ਬੱਚੇ ਨੂੰ, ਜਦ ਪੈਨਸਲ ਨਹੀਂ ਹੁੰਦੀ, ਜੇ ਬੱਚਾ ਹੋਰ ਵੀ ਕੋਈ ਇਸ ਤੋਂ ਅੱਗੇ ਆਨਸਰ ਦਿੰਦਾ, ਆਪਣਾ 골ਡਨ ਪੈਨ ਵੀ ਉਹਨੂੰ ਦਿੰਨਾ। ਕੀ ਬਾਤ। ਵੀ ਵਿਦਿਆਰਥੀਆਂ ਦੇ ਵਿੱਚ ਇਹ ਜਿਗਿਆਸਾ ਹੋ ਜੇ ਕਿ ਸਰ ਨੇ ਜੇ ਆਪਣੇ ਅਧਿਆਪਕ ਦੀ ਇਹ ਚੀਜ਼ ਨੂੰ ਸਾਂਭ ਕੇ ਰੱਖਿਆ ਹੋਇਆ ਤਾਂ ਕੱਲ ਨੂੰ ਅਸੀਂ ਵੀ ਆਪਣੇ ਅਧਿਆਪਕ ਦੀ ਚੀਜ਼ ਨੂੰ ਸਾਂਭ ਕੇ ਰੱਖੀ। ਵਾਹ। ਔਰ ਇਹ ਚੀਜ਼ ਲੈਣੀ ਜਿਹੜੀ ਹੈ, ਇਹ ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਹੋ ਸਕਦਾ ਹੈ ਕਿ ਜਦੋਂ ਤੁਸੀਂ ਆਪਣੇ ਅਧਿਆਪਕ ਦੀ ਜੇਬ ਦੇ ਵਿੱਚ ਟੰਗਿਆ ਹੋਇਆ ਪੈਨ ਆਪਣੀ ਕਾਬਲੀਅਤ ਦੇ ਨਾਲ ਲਹਾ ਕੇ ਆਪਣੀ ਜੇਬ ਦੇ ਵਿੱਚ ਟੰਗਦੇ ਹੋ, ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਮੈਡਲ ਹੋ ਸਕਦਾ ਹੈ। ਸੋ ਇਹ ਤੁਹਾਨੂੰ ਗੱਲਾਂ ਸੋਚ ਲੈਣੀਆਂ ਚਾਹੀਦੀਆਂ, ਸਮਝ ਲੈਣੀਆਂ ਚਾਹੀਦੀਆਂ ਔਰ ਸਿੱਖ ਵੀ ਲੈਣੀਆਂ ਚਾਹੀਦੀਆਂ। ਅੱਜ ਦਾ ਇਹ ਪ੍ਰੋਗਰਾਮ ਸੱਚਮੁੱਚ ਤੁਹਾਡੀ ਜਗਿਆਸਾ ਵਧਾਉਣ ਵਾਲਾ ਵੀ ਹੈ ਔਰ ਤੁਹਾਨੂੰ ਜਗਿਆਸੂ ਬਣਾਉਣ ਵਾਲਾ ਵੀ ਹੈ। ਇੱਕ ਅਸੀਂ ਇੱਥੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਡਾਕਟਰ ਜਸਵਿੰਦਰ ਸਿੰਘ ਜੀ। ਇਹ ਤਸਵੀਰ ਜਿਹੜੀ ਤੁਹਾਡੀ ਹੈ ਜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਤੁਸੀਂ ਖੜੇ ਹੋ। ਇਹ ਤਸਵੀਰ ਕਦੋਂ ਦੀ ਹੈ? ਇਹ ਜਦੋਂ 2014 ਦੇ ਵਿੱਚ ਜੀ ਮੈਨੂੰ ਰਾਸ਼ਟਰਪਤੀ ਦਾ ਪੁਰਸਕਾਰ ਮਿਲਿਆ, ਮਾਨਯੋਗ ਪ੍ਰਣਬ ਮੁਖਰਜੀ ਸੀ ਉਸ ਵੇਲੇ, ਤੇ ਉਸ ਵਕਤ ਨਰਿੰਦਰ ਮੋਦੀ ਜੀ ਨੇ ਸਾਨੂੰ ਆਪਣੇ ਘਰੇ ਭੋਜਨ ਤੇ ਬੁਲਾਇਆ। ਅੱਛਾ। ਤੇ ਅਧਿਆਪਕਾਂ ਦਾ ਸਨਮਾਨ ਕਰਨ ਦੇ ਲਈ ਉਹਨਾਂ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ। ਤੇ ਸਾਰੇ ਉਹ ਪੰਜਾਬ ਦੇ ਉਹ ਨੈਸ਼ਨਲ ਅਵਾਰਡੀ ਅਧਿਆਪਕ ਹੈ ਜਿਹੜੇ ਕਿ ਉਸ ਵੇਲੇ ਇਹ ਅਵਾਰਡ ਲੈਣ ਲਈ ਗਏ। ਤੇ ਇਹ ਇੱਕ ਮਾਣ ਸਨਮਾਨ ਹੋਇਆ ਕਰਦਾ ਸਰਕਾਰਾਂ ਵੱਲੋਂ ਵੀ। ਅਧਿਆਪਕ ਹੈ ਜਿਹੜੇ ਕਹਿੰਦੇ ਜੀ ਸਾਡੀ ਕੌਮ ਦਾ ਨਿਰਮਾਤਾ ਹੈ ਜੀ, ਦੇਸ਼ ਦਾ ਫਾਊਂਡੇਸ਼ਨ ਹੈ। ਤਾਂ ਉਹ ਜੇ ਸਾਡੇ ਐਡੇ ਵੱਡੇ ਵੱਡੇ ਮਹਾਨ ਜਿਹੜੇ ਨੇਤਾ ਹੈਗੇ ਆ, ਉਹ ਜਦੋਂ ਸਾਡੇ ਨਾਲ ਮੁਲਾਕਾਤ ਕਰਦੇ ਆ ਤਾਂ ਸਾਨੂੰ ਇੱਕ ਮਤਲਬ ਐਨਕਰੇਜਮੈਂਟ ਮਿਲਦੀ ਹੈ। ਬਿਲਕੁਲ ਜੀ। ਤੇ ਅਸੀਂ ਹੁਣ ਬਹੁਤੀਆਂ ਗੱਲਾਂ 'ਚ ਨਹੀਂ ਪੈਣਾ। ਤੁਹਾਡੇ ਕੋਲ ਸਮਾਨ ਬਹੁਤ ਸਾਰਾ ਪਿਆ ਹੋਇਆ, ਰੱਖਿਆ ਹੋਇਆ, ਔਰ ਇਹ ਸਾਰੇ ਵਿਗਿਆਨ ਦੇ ਨਾਲ ਜੁੜਿਆ ਹੋਇਆ। ਇੱਕ ਉਹ ਬਲਬ ਰੱਖਿਆ ਹੋਇਆ ਤੁਸੀਂ, ਬਲਬ ਜਿਹੜਾ ਤੁਸੀਂ ਬਿਨਾਂ ਲਾਈਟ ਤੋਂ ਜਗਾ ਦਿੰਦੇ ਆ, ਕੋਈ ਸਵਿਚ ਨਹੀਂ, ਕੋਈ ਹੋਲਡਰ ਨਹੀਂ, ਕੋਈ ਤਾਰ ਨਹੀਂ। ਇਹਦਾ ਵੀ ਸਾਨੂੰ ਰਾਜ ਸਮਝਾਉਣਾ। ਜੋਗੀ ਜੀ ਮੈਂ ਤੁਹਾਡੀ ਇੱਕ ਗੱਲ ਫੜੀ ਹੈ, ਪ੍ਰੋਗਰਾਮ ਤਾਂ ਗੱਲਾਂ ਤੇ ਗੀਤ ਹੈ ਤੇ ਤੁਸੀਂ ਕਹਿੰਦੇ ਅਸੀਂ ਗੱਲਾਂ 'ਚ ਨਹੀਂ ਪੈਣਾ। ਤੇ ਮੈਂ ਇੱਥੇ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਵੀ ਗੱਲਾਂ ਤੇ ਗੀਤ ਕਿਉਂ ਰੱਖਿਆ ਸੀ, ਗੱਲਾਂ ਅਤੇ ਗੀਤ ਕਿਉਂ ਨਹੀਂ ਰੱਖਿਆ ਨਾਮ। ਦੇਖੋ ਇਹ ਵੀ ਇੱਕ ਵਿਸ਼ਾ ਬੇਸ਼ੱਕ ਪੰਜਾਬੀ ਦਾ ਹੈ, ਲੇਕਿਨ ਅੱਜ ਦੀ ਬੱਚਿਆਂ ਨੂੰ ਮੁਹਾਰਤ ਦੇਣ ਦੇ ਲਈ ਗੱਲਾਂ ਕਰਦੇ ਕਰਦੇ ਉਹਦੇ ਨਾਲ ਦਾ ਜੁੜਵਾ ਉਹ ਗੀਤ ਜਿਹੜਾ ਆ ਰਿਹਾ ਸੀ, ਮੈਂ ਦੇਖ ਰਿਹਾ ਸੀ ਵੀ ਉੱਥੋਂ ਮੈਨੂੰ ਗਿਆਨ ਹੋਇਆ ਵੀ ਗੱਲਾਂ ਤੇ ਗੀਤ ਠੀਕ ਹੈ। ਤੇ ਜੇ ਗੱਲਾਂ ਅਤੇ ਗੀਤ ਹੁੰਦਾ ਤਾਂ ਗੱਲਾਂ ਵੀ ਚੱਲਦੀਆਂ ਅਤੇ ਗੀਤ ਵੀ ਚੱਲਦੇ ਰਹਿੰਦੇ। ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਟੈਕਨੀਕਲ ਲੋਕ ਹੈ ਜਿਹੜੇ ਸਾਡੇ ਪਿੱਛੇ ਕੰਮ ਕਰ ਰਹੇ ਹੈ, ਹੈ ਨਾ, ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਇਆ ਕਰਦਾ। ਬੇਸ਼ੱਕ ਫੋਟੋ ਸਾਡੀ ਆ ਰਹੀ ਹੈ, ਲੇਕਿਨ ਇਹਦੇ ਪਿੱਛੇ ਜਿਹੜਾ ਇਹ ਬ੍ਰੌਡਕਾਸਟ ਹੈ, ਇਹਦੇ ਪਿੱਛੇ ਵਿਗਿਆਨ ਹੈ, ਇਹਦੇ ਪਿੱਛੇ ਗਣਿਤ ਹੈ, ਕਿੰਨੇ ਐਂਗਲ ਤੇ ਸਾਨੂੰ ਬਿਠਾਇਆ ਗਿਆ, ਸਾਡੇ ਸਾਥੀ ਕਿਵੇਂ ਉਹ ਕੈਮਰਿਆਂ ਦੇ ਨਾਲ ਸਾਨੂੰ ਫੋਕਸ ਕਰਕੇ ਕਿੱਥੇ ਇਹ ਚੀਜ਼ ਨੂੰ ਰੱਖਣਾ, ਕਿੱਥੇ ਦਿਖਾਣਾ, ਇਹ ਸਾਰਾ ਮੈਥਮੈਟਿਕਸ ਹੈ। ਮੈਂ ਤੁਹਾਡੇ ਨਾਲ ਜਿਵੇਂ ਗੱਲ ਕੀਤੀ ਸੀ ਨਾ ਵੀ ਘਰ ਦੇ ਵਿੱਚ ਇੱਕ ਮੈਥਮੈਟੀਸ਼ੀਅਨ ਵੀ ਬੈਠਾ ਹੈ, ਉਹਨੂੰ ਵੀ ਮਿਲ ਲਿਓ ਜਰਾ। ਤੇ ਉਹ ਤੁਹਾਡੇ ਪਿਤਾ ਜੀ ਹੈ। ਬੱਚੇ ਕਹਿੰਦੇ ਸਰ ਪਿਤਾ ਜੀ ਤਾਂ ਮੇਰੇ ਅਨਪੜ੍ਹ ਹੈ। ਮੈਂ ਕਿਹਾ ਕੋਈ ਗੱਲ ਨਹੀਂ ਪੁੱਤ, ਅੱਜ ਮੈਂ ਤੈਨੂੰ ਦੱਸਦਾ ਵੀ ਜਿਹੜੇ ਪਿਤਾ ਜੀ ਨੂੰ ਅਨਪੜ੍ਹ ਸਮਝਦਾ ਨਾ, ਤੂੰ ਐਂ ਕਰੀ 100 ਰੁਪਇਆ ਮੰਗ ਲਈ, ਫਿਰ ਪੂਰਾ ਹਿਸਾਬ ਤਾਂ ਦੇਣਗੇ, ਤੈਨੂੰ ਪਤਾ ਲੱਗ ਜੂਗਾ ਵੀ ਉਹਨੇ ਕਹਿਣਾ ਵੀ ਪੁੱਤ ਉਦੋਂ ਜਿਹੜਾ 50 ਲੈ ਗਿਆ ਸੀਗਾ ਉਹਦਾ ਹਿਸਾਬ ਕਿਤਾਬ। ਮਤਲਬ ਹਰ ਚੀਜ਼ ਦਾ ਹਿਸਾਬ ਕਿਤਾਬ ਰੱਖਣ ਵਾਲਾ ਗਣਿਤ ਸ਼ਾਸਤਰੀ ਨਹੀਂ ਤਾਂ ਹੋਰ ਕੌਣ ਹੈ। ਬਿਲਕੁਲ। ਤਾਂ ਉਹਨਾਂ ਨੂੰ ਅਸੀਂ ਪੂਜੀਏ, ਉਹਨਾਂ ਨੂੰ ਨਤਮਸਤਕ ਹੋਈਏ। ਪੈਰਾਂ ਨੂੰ ਹੱਥ ਲਾਣਾ ਸਿਰਫ ਇਹ ਨਹੀਂ ਹੋਇਆ ਕਰਦਾ ਵੀ ਉਹਨਾਂ ਦੇ ਪੈਰ ਫੜ ਲੈਣੇ। ਪੈਰ ਫੜਨ ਤੋਂ ਭਾਵ ਮੈਂ ਇਹ ਮੰਨਦਾ ਹੁੰਦਾ ਵੀ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ, ਉਹਨਾਂ ਦੇ ਅੱਗੇ ਝੁਕੇ ਰਹਿਣਾ। ਇਹ ਸਭ ਤੋਂ ਵੱਡਾ ਸਾਡਾ ਪੈਰ ਫੜਨ ਦਾ ਇੱਕ ਮਕਸਦ ਪੂਰਾ ਹੁੰਦਾ ਹੈ ਕਿ ਉਹਨਾਂ ਦੇ ਅੱਗੇ ਨਿਮਰਤਾ ਦੇ ਸਹਿਤ ਖੜੇ ਹੋਣਾ। ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਮੈਥਮੈਟਿਕਸ ਦੀ ਗੱਲ ਕੀਤੀ ਸਾਡੇ ਨਾਲ, ਤਾਂ ਉਸ ਵਕਤ ਏਕਾ ਹੀ ਲਾਇਆ ਨਾ। ਓਂਕਾਰ ਦੇ ਅੱਗੇ ਜਿਹੜਾ ਏਕਾ ਲੱਗਿਆ ਉਹ ਮੈਥਮੈਟਿਕਸ, ਗੁਰਮੁਖੀ ਦੇ ਅੱਗੇ ਮੈਥਮੈਟਿਕਸ ਉਹਨਾਂ ਨੇ ਦੱਸ ਕੇ ਵੀ ਇਸ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ। ਵਾਹ ਜੀ ਵਾਹ। ਇੱਕ ਤੇ ਇੱਕ ਦੀ ਗੱਲ ਕਰਦੇ ਆ, ਅਨੇਕ ਹੈ ਫਿਰ ਏਕ ਹੈ। ਕੋਈ ਵੀ ਦੁਨੀਆ ਦੀ ਚੀਜ਼ ਤੁਸੀਂ ਦੇਖ ਲਓ, ਕੋਈ ਵੀ ਚੀਜ਼, ਕੋਈ ਨਾਮ ਲਓ ਜੋਗੀ ਜੀ, ਮੈਥਮੈਟਿਕਸ ਤੋਂ ਬਿਨਾ ਨਹੀਂ ਚੱਲ ਸਕਦੀ। तो मैथमेटिक्स साडा बेस है। मैथमेटिक्स दे परपक्क कर दो बच्चों नूं। ऐसे ऐसे विद्यार्थी मेरे कोल जिहड़े मैथमेटिक्स दे विच मैं परपक्क कीते, पहला आप परपक्क होया, फिर उन्हां नूं परपक्क कीता। 28 नंबर लैण वाले 93 95 95 95 98 98 नंबर लैके वड्डे अहुदियां ते विराजमान हो गए ते अज भी याद करदे। वाह। ते उन्हां नूं मैं इक्को ही नुकता दस्सिया सीगा, क्योंकि जिंदगी दे विच मैं किसी भी विद्यार्थी नूं अज तक कोई कारपोरल पनिशमेंट नहीं दित्ती है, लोड़ ही नहीं पई है, कुट्टण दी लोड़ ही नहीं पई है। जी जी। तो वो विद्यार्थी है जिहड़ा
ਪਿਆਰ ਦੇ ਨਾਲ ਹੀ ਇੰਨਾ ਕੁਝ ਸਿੱਖ ਜਾਂਦਾ ਸੀ, ਉਹਨੂੰ ਕੁੱਟਣ ਦੀ ਲੋੜ ਹੀ ਨਹੀਂ ਪੈਂਦੀ ਸੀ। ਉਹਨੂੰ ਕਹੀਦਾ ਸੀ ਬੇਟੇ ਇਸ ਤਰ੍ਹਾਂ ਨਹੀਂ, ਇਹਨੂੰ ਦੁਬਾਰਾ ਕਰੋ। ਨਾਲੇ ਤੁਹਾਡੀ ਕਲਾਸ ਦੇ ਵਿੱਚ ਤਾਂ ਜਿਹੜੇ ਬੈਠੇ ਹੋਣਗੇ ਬੱਚੇ, ਉਹਨਾਂ ਨੂੰ ਤਾਂ ਇੱਕ ਸਾਖਸ਼ਾਤ ਫਿਲਮ ਚੱਲਦੀ ਹੋਈ ਨਜ਼ਰ ਆਉਂਦੀ ਹੋਣੀ ਆ। ਨਹੀਂ ਨਹੀਂ, ਐਸਾ ਕੁਝ ਨਹੀਂ ਹੁੰਦਾ। ਦੇਖੋ ਇਹ ਜਿਹੜਾ ਹੈਗਾ ਨਾ, ਇਹ ਗਿਆਨ ਮੈਂ ਕੋਈ ਆਪਣਾ ਨਹੀਂ ਬਣਾਇਆ ਹੈ। ਮੈਂ ਤਾਂ ਇਹਨਾਂ ਪੁਸਤਕਾਂ ਨੂੰ ਪੜ੍ਹਿਆ, ਮੈਂ ਉਹਨਾਂ ਪੁਸਤਕਾਂ ਦੇ ਵਿੱਚੋਂ ਇਹ ਚੀਜ਼ਾਂ ਲੱਭੀਆਂ। ਬਸ ਮੇਰਾ ਇੰਨਾ ਕੁ ਫਰਜ਼ ਜ਼ਰੂਰ ਮੈਂ ਅਦਾ ਕਰਨ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਵੀ ਉਹਨਾਂ ਦਾ ਸਮਾਂ ਬਚਾਉਣ ਦੇ ਲਈ ਇਹ ਚੀਜ਼ਾਂ ਨੂੰ ਮੈਂ ਪੇਸ਼ ਕਰਦਾ, ਉਹਨਾਂ ਦਾ ਸਮਾਂ ਬਜਾਏ ਇਸ ਦੇ ਕਿ ਕਿਤੇ ਉਹ ਗਲਤ ਰਸਤੇ ਨਾ ਜੀ। ਇੱਕ ਤੁਹਾਡੀ ਇਹ ਤਸਵੀਰ ਹੈ, ਇੱਕ ਤੁਸੀਂ ਇੱਕ ਵਿਲੱਖਣ ਜੀ ਕਾਰ ਬਣਾਈ ਹੋਈ ਹੈ ਔਰ ਇਸ ਕਾਰ ਨੂੰ ਲੈ ਕੇ ਜਾਂਦੇ ਹੋ ਵੱਖੋ ਵੱਖਰੀਆਂ ਥਾਵਾਂ ਦੇ ਉੱਪਰ। ਇਹ ਕੀ ਕਨਸੈਪਟ ਆ? ਇਹ ਕਨਸੈਪਟ 2012 ਦੇ ਵਿੱਚ, ਨਵੰਬਰ 2012 ਦੇ ਵਿੱਚ ਪੰਜਾਬ ਡੇ ਵਾਲੇ ਦਿਨ ਮੈਂ ਇਨੈਗੋਰੇਟ ਕੀਤਾ। ਆਪ ਹੀ ਮੇਰੇ ਮਨ ਦੇ ਵਿੱਚ ਸੁਪਨਾ ਆਇਆ ਤੇ ਉਸ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਮਿਲਿਆ। ਤੇ ਇਸ ਕਾਰ ਦੇ ਵਿੱਚ 150 ਪ੍ਰਯੋਗ ਹੁੰਦੇ ਆ ਤੇ ਮੈਂ ਜਿੱਥੇ ਵੀ ਮੇਰਾ ਦਿਲ ਕਰਦਾ ਕਾਰ ਨੂੰ ਖੜਾ ਕਰਕੇ ਤੇ ਕਾਰ ਦੇ ਉੱਤੇ ਪ੍ਰਯੋਗ ਸਮਾਨ ਰੱਖ ਕੇ ਸਾਰਾ, ਤੇ ਮੈਨੂੰ ਕੋਈ 5 ਲੱਖ ਦੇ ਲੱਗ 7 ਲੱਖ ਦੇ ਕਮਰੇ ਦੀ ਲੋੜ ਨਹੀਂ ਹੈ। ਬਸ ਮੇਰੀ ਕਾਰ ਖੜੀ ਹੈ ਜਿਸ 'ਚ ਮੈਂ ਸਫ਼ਰ ਕਰਦਾ, ਉਹਦੇ ਉੱਤੇ ਹੀ ਸਮਾਨ ਰੱਖ ਲੈਣਾ। ਉਸੇ ਸਮਾਨ ਦੇ ਰਾਹੀਂ ਮੈਂ ਲੋਕਾਂ ਨੂੰ ਗਿਆਨ ਦੇਣਾ ਸ਼ੁਰੂ ਕਰ ਦਿੰਦਾ ਤੇ ਮੇਰੇ ਪ੍ਰਯੋਗ ਸ਼ੁਰੂ ਹੋ ਜਾਂਦੇ। ਮੇਰਾ ਮੈਥਮੈਟਿਕਸ ਮੇਰਾ ਬੋਰਡ ਹੁੰਦਾ, ਮੈਂ ਉਸ ਦੇ ਨਾਲ ਉਹਨਾਂ ਨੂੰ ਤਾਂ ਇਹ ਹੁਣ ਕਾਰ ਹੈ ਜਿਹੜੀ, ਇਹ ਵਰਲਡ ਰਿਕਾਰਡ ਇਸ ਦਾ ਦਰਜ ਹੋਇਆ 2022 ਦੇ ਵਿੱਚ। ਅੱਛਾ। ਕਿ ਕੱਲਾ ਬੰਦਾ ਜਿਹੜਾ ਹੈ 10 ਸਾਲ ਤੋਂ ਲਗਾਤਾਰ ਸਾਇੰਸ ਔਰ ਮੈਥਮੈਟਿਕਸ ਨੂੰ ਪੜ੍ਹਾਉਣ ਦੇ ਲਈ ਲੱਗਿਆ ਹੋਇਆ। ਤਾਂ ਮੇਰਾ ਕੰਮ ਪੜ੍ਹਾਉਣ ਦਾ ਸਿਰਫ ਇਸ ਕਰਕੇ ਹੈ ਕਿ ਆਪਾਂ ਵਿਚਾਰ ਵਟਾਂਦਰਾ ਕਰ ਲਈਏ ਉਹਨਾਂ ਸਾਰੇ ਵਿਦਿਆਰਥੀਆਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਵਿਗਿਆਨੀ ਬਣਾ ਦਈਏ, ਗਣਿਤ ਸ਼ਾਸਤਰੀ ਬਣਾ ਦਈਏ। ਸਾਡੇ ਕੋਲ ਰਾਮਾਨੁਜਨ ਦੁਬਾਰਾ ਕਿਉਂ ਨਹੀਂ ਹੈ, ਸਾਡੇ ਕੋਲ ਸਰ CV ਰਮਨ ਕਿਉਂ ਨਹੀਂ ਹੈ ਜੀ? ਤਾਂ ਉਹ ਸ਼ਖਸੀਅਤਾਂ ਕਿੱਥੇ ਲੁਕ ਗਈਆਂ? 100 ਸਾਲ ਹੋ ਗਿਆ, ਕੋਈ ਸ਼ਖਸੀਅਤ ਨਹੀਂ ਆ ਰਹੀ ਸਾਡੇ ਸਾਹਮਣੇ। ਕਾਰਨ ਕੀ ਹੈ? ਤਾਂ ਉਹਨਾਂ ਸ਼ਖਸੀਅਤਾਂ ਨੂੰ ਅਸੀਂ ਉਹਨਾਂ ਨੂੰ ਬਾਹਰ ਨਹੀਂ ਕੱਢਿਆ। ਹੈਗੀਆਂ ਉਹ ਉਹਨਾਂ ਦੇ ਵਿੱਚੋਂ ਹੁਣ ਨਿਕਲਣਗੀਆਂ। ਦੇਖੋ ਤੁਸੀਂ, ਮੈਂ ਤੁਹਾਨੂੰ ਦਿਖਾਣਾ ਕਿ ਆਹ ਇੱਕ ਵਿਦਿਆਰਥੀ ਨੇ ਇੱਕ ਮਾਡਲ ਤਿਆਰ ਕੀਤਾ। ਮੇਰੇ ਕੋਲ ਪੜ੍ਹਦਾ ਵਿਦਿਆਰਥੀ ਹੈ, ਮੈਂ ਜੇ ਕਹਾਂ ਵੀ ਮੈਂ ਤਿਆਰ ਕੀਤਾ, ਨਹੀਂ। ਤੁਸੀਂ ਇਹ ਦੇਖੋਗੇ ਵੀ ਇਸ ਮਾਡਲ ਦੇ ਵਿੱਚ ਇੱਕ ਖਾਸੀਅਤ ਤੁਹਾਨੂੰ ਦਿਖਾਣਾ ਮੈਂ। ਇਹ ਦੇਖੋ, ਇਹਦੀ ਮੋਟਰ ਔਨ ਕਰਤੀ, ਚੱਲ ਨਹੀਂ ਰਿਹਾ ਹੈ, ਲੇਕਿਨ ਹੁਣੇ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਮੈਂ ਇਹ ਇੱਕ ਐਡੀਸ਼ਨ ਕੀਤੀ ਹੈ। ਤੇ ਹੁਣ ਇਸ ਦੀ ਐਡੀਸ਼ਨ ਕਰਨ ਤੋਂ ਬਾਅਦ ਤੁਸੀਂ ਦੇਖੋ ਇਹ ਰੋਬੋਟ ਜਿਹੜਾ ਕੀ ਬਾਤ, ਮੂਵਮੈਂਟ ਦੇ ਵਿੱਚ ਆ ਗਿਆ। ਤਾਂ ਤੁਸੀਂ ਇਹ ਦੇਖੋ ਵੀ ਇਹ ਜਿਹੜੇ ਰੋਬੋਟ ਹੈ, ਇਹਨਾਂ ਦੇ ਵਿੱਚ ਸੈਂਸਰਸ ਦਾ ਲੱਗਣਾ ਔਰ ਉਹਨਾਂ ਸੈਂਸਰਾਂ ਦਾ ਕੰਮ ਕਰਨਾ, ਔਰ ਇਹਦੇ ਪਿੱਛੇ ਸੈਂਟਰੀਪੀਟਲ ਫੋਰਸ ਕਿਸ ਤਰ੍ਹਾਂ ਦੇ ਨਾਲ ਲੱਗ ਰਹੀ ਹੈ, ਉਹ ਚੀਜ਼ਾਂ ਕਿਉਂ ਘੁੰਮ ਰਹੀਆਂ, ਜਿਹੜੀ ਧਰਤੀ ਹੈ ਸਾਡੀ ਕਿਉਂ ਘੁੰਮਦੀ ਕਿਉਂ ਰਹਿੰਦੀ ਹੈ। ਬਿਲਕੁਲ। ਤਾਂ ਹੁਣ ਆਹ ਜਿਹੜੀ ਚੀਜ਼ ਹੈ, ਇਸ ਦੇ ਨਾਲ ਹੀ ਅਸੀਂ ਦਿਖਾ ਦਿੰਦੇ ਹਾਂ, ਸਿਰਫ ਇੱਕ ਟੋਏ ਹੈ। ਤਾਂ ਹੁਣ ਜੇ ਅਸੀਂ ਇਸ ਨੂੰ, ਮਤਲਬ ਜੇ ਅਸੀਂ ਕਹੀਏ ਵੀ ਇਸ ਨੂੰ ਅਸੀਂ ਸਿੱਧਾ ਸਿੱਟਦੇ ਹਾਂ ਤਾਂ ਇਹ ਜਿਹੜਾ ਹੈ ਖੁੱਲਦਾ ਨਹੀਂ ਹੈ, ਲੇਕਿਨ ਜੇ ਇਸ ਨੂੰ ਮੈਂ ਘੁਮਾ ਕੇ ਸਿੱਟਦਾ ਤਾਂ ਇਹ ਖੁੱਲ ਜਾਂਦਾ। ਤਾਂ ਜੇ ਚੀਜ਼ ਘੁੰਮਦੀ ਰਹੇਗੀ ਤਾਂ ਆਪਣੇ ਪੂਰੇ ਵਿਆਸ ਦੇ ਵਿੱਚ ਰਹੇਗੀ। ਇਹ ਛੋਟੇ ਛੋਟੇ ਪ੍ਰਯੋਗ, ਹੁਣ ਤੋਤਾ ਜਿਹੜਾ ਹੈ ਉਹ ਪਿੰਜਰੇ ਤੋਂ ਬਾਹਰ ਹੈ। ਨਹੀਂ ਹੈ ਪਿੰਜਰੇ 'ਚ ਤੋਤਾ ਤਾਂ ਨਹੀਂ ਹੈ, ਪਰ ਤੋਤਾ ਤਾਂ ਇੱਧਰ ਹੈ। ਪਰ ਤੁਸੀਂ ਦੇਖੋ ਜੋਗੀ ਜੀ, ਹੁਣ ਤੁਹਾਨੂੰ ਇਹ ਤੋਤਾ ਪਿੰਜਰੇ ਦੇ ਵਿੱਚ ਨਜ਼ਰ ਆਏਗਾ। ਪਰਸਿਸਟੈਂਸ ਆਫ ਵਿਜ਼ਨ, ਕਿ ਉਹ ਕਿਸ ਤਰ੍ਹਾਂ ਦੇ ਨਾਲ ਫਿਲਮ ਹੈ ਜਿਹੜੀ ਚੱਲਦੀ ਹੈ, ਉਹ 1 ਸੈਕਿੰਡ ਦੇ 16ਵੇਂ ਹਿੱਸੇ ਤੇ ਜਦੋਂ ਇੱਕ ਇਮੇਜ ਦੇ ਉੱਤੇ ਦੂਸਰਾ ਇਮੇਜ ਆ ਜਾਂਦਾ ਹੈ, ਓਵਰਲੈਪਿੰਗ ਹੋ ਜਾਂਦੀ ਹੈ, ਤਾਂ ਇਮੇਜ ਆਪਸ ਦੇ ਵਿੱਚ ਮਿਕਸ ਅਪ ਹੋ ਜਾਂਦੇ ਆ ਤੇ ਉਸ ਤਰ੍ਹਾਂ ਦੇ ਨਾਲ ਉਹ ਚਲਚਿੱਤਰ ਬਣ ਜਾਂਦੇ ਆ। ਤਾਂ ਇਹ ਚੀਜ਼ਾਂ ਦੇ ਬਾਰੇ ਦੱਸਣਾ ਕਰਨਾ। ਆ ਦੇਖੋ, ਮੈਂ ਹੁਣ ਤੁਸੀਂ ਇਹ ਸਹਿਜੇ ਅੰਦਾਜ਼ਾ ਲਗਾ ਲਓ ਵੀ ਕੀ ਲਿਖਿਆ, HSC ਲਿਖਿਆ ਹੋਇਆ, ਠੀਕ ਹੈ, ਤੇ ਦੂਜੇ ਪਾਸੇ ਮੈਂ ਇਹ ਲਿਖਿਆ ਹੋਇਆ। ਤਾਂ ਹੁਣ ਤੁਸੀਂ ਦੇਖੋਗੇ ਕਿ ਮੈਂ ਇਸ ਨੂੰ ਘੁਮਾਊਂਗਾ ਤੇ ਕੀ ਬਣ ਜਾਣਾ? ਇਹ ਤਾਂ ਫਿਜ਼ਿਕਸ ਬਣ ਗਿਆ। ਫਿਜ਼ਿਕਸ ਬਣ ਗਿਆ। ਇਹੀ ਕਮਾਲ ਹੈ, ਇਹੀ ਵਿਗਿਆਨ ਹੈ, ਇਹੀ ਸਾਰਾ ਕੁਝ ਹੈ। ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਆਹ ਬਲਬ ਹੈ ਜਿਹੜਾ, ਹੈ ਨਾ, ਤੇ ਆਹ ਬਲਬ ਹੈ ਜਿਹੜਾ ਮੇਰੇ ਮੱਥੇ ਤੇ ਲਾਇਆ ਜਗ ਜੇ, ਤੁਸੀਂ ਕਹੋ ਜੀ ਇਹ ਤਾਂ ਤੁਸੀਂ ਜਾਦੂ ਕਰਤਾ। ਅਰੇ ਜਾਦੂ ਨਹੀਂ ਹੈ, ਇਹ ਇੰਡੀਅਨ ਮੇਡ ਹੈ। ਉੱਪਰ ਪੜੋ, ਇਸ ਦੇ ਉੱਪਰ ਲਿਖਿਆ ਹੋਇਆ ਹੈ ਕਿ 220 ਵੋਲਟ 50 ਹਰਟਜ਼ AC ਸਪਲਾਈ ਤੇ ਚੱਲਦਾ ਹੈ, ਲੇਕਿਨ ਇਸ ਦੇ ਵਿੱਚ ਇੱਕ ਰੀਚਾਰਜੇਬਲ ਬੈਟਰੀ ਲਗਾਈ ਗਈ। ਅੱਛਾ ਜੀ। ਉਹ ਚਾਰਜ ਕਰਦੀ ਹੈ, ਕੈਪੈਸਿਟਰ ਲਗਾਇਆ, ਸਟੋਰ ਕਰ ਲੈਂਦਾ એનર્ਜੀ ਨੂੰ। ਸਟੋਰ ਕਰਨ ਤੋਂ ਬਾਅਦ ਉਹਦਾ ਸਰਕਟ ਹੀ ਪੂਰਾ ਕਰਨਾ ਸੀ। ਇਨਵਰਟਰ ਟਾਈਪ ਬਲਬ ਅਸੀਂ ਬਣਾਤੇ ਹੋਏ हैं, ਲੇਕਿਨ ਜੇ ਬਾਬਾ ਕਹੇ ਵੀ ਬੀਬਾ ਤੇਰੇ 'ਚ ਤਾਂ ਭੂਤ ਆ ਗਿਆ ਲੱਗਦਾ, ਦੇਖ ਤੇਰੇ ਮੱਥੇ ਤੇ ਤਾਂ ਬਲਬ ਜਗੀ ਜਾਂਦਾ, ਤੇ ਮੈਂ ਕਹਿੰਦਾ ਬਾਬੇ ਦੇ ਪੈਰੀਂ ਪੈ ਜਾਣਗੇ। ਪੈਂਦੇ ਆ। ਤੇ ਉਹ ਵਿਗਿਆਨ ਨੇ ਇਹ ਡਰ ਖਤਮ ਕਰਨਾ ਹੈ ਵੀ ਬਾਬਾ ਕੋਈ ਨਹੀਂ ਹੁੰਦਾ, ਪਖੰਡੀ ਸਾਧ ਹੁੰਦੇ ਆ ਸਾਰੇ, ਇਹਨਾਂ ਤੋਂ ਬਚ ਕੇ ਰਿਹਾ ਕਰੋ। ਇਹਨਾਂ ਤੋਂ ਬਚਣ ਦਾ ਤਰੀਕਾ ਕੀ ਹੈ? ਗਿਆਨ। ਗਿਆਨ ਕਿੱਥੋਂ ਮਿਲਣਾ ਹੈ? ਵਿਆਖਿਆ ਤੋਂ। ਵਿਆਖਿਆ ਦਾ ਮਤਲਬ ਵਿਗਿਆਨ। ਬਸ ਵਿਗਿਆਨ ਪੜ੍ਹਨਾ ਸ਼ੁਰੂ ਕਰ ਦਿਓ, ਤੁਹਾਡੇ ਸਾਰੇ ਡਰ ਖਤਮ ਹੋ ਜਾਣਗੇ। ਮੇਰਾ ਤਾਂ ਇਹੀ ਮੰਨਣਾ। ਕੀ ਬਾਤ ਹੈ, ਸੱਚੀ ਮੁੱਚ। ਡਰ ਤਾਂ ਸਾਡੀ ਇੱਕ ਅਨਪੜ੍ਹਤਾ ਹੀ ਆ। ਅਨਪੜ੍ਹਤਾ, ਹਾਂ, ਅਨਪੜ੍ਹਤਾ। ਦੇਖੋ ਗੁਰੂ ਤੋਂ ਭਾਵ ਕੀ ਲਿਆ ਸੀ?
ਹਨੇਰੇ ਦੇ ਵਿੱਚ ਚਾਨਣ ਕਰਨ ਵਾਲਾ ਪੁਰਸ਼, ਬਿਲਕੁਲ ਉਸ ਨੂੰ ਗੁਰੂ ਕਿਹਾ ਗਿਆ। ਬਿਲਕੁਲ। ਤੇ ਹਨੇਰਾ ਕੋਈ ਇੱਥੇ ਥੋੜਾ ਵੀ ਇੱਥੇ ਹਨੇਰਾ ਪਿਆ ਤੇ ਤੁਸੀਂ ਮੈਂ ਆਇਆ ਤੇ ਚਾਨਣਾ ਹੋ ਗਿਆ, ਟੀਚਰ ਆਇਆ ਤੇ ਚਾਨਣਾ ਹੋ ਗਿਆ, ਨਹੀਂ ਨਹੀਂ ਨਹੀਂ, ਚਾਨਣਾ ਅਸੀਂ ਗਿਆਨ ਦਾ ਕਰਨਾ, ਸ਼ਬਦਾਂ ਦਾ ਕਰਨਾ ਜੀ। ਤਾਂ ਸ਼ਬਦ ਨੂੰ ਜਦੋਂ ਤੁਸੀਂ ਪਹਿਚਾਨ ਲਓਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੱਛਾ ਇਹ ਤਾਂ ਗੱਲ ਹੀ ਕੁਛ ਨਹੀਂ ਹੈ। ਠੀਕ ਹੈ ਨਾ। ਤਾਂ ਹੁਣ ਸਾਡੇ ਜਦੋਂ ਮਿਲਟਰੀ ਦੇ ਮੈਨ ਹੈ, ਜਿਹੜੇ ਸਾਡੇ ਫੌਜੀ ਵੀਰ ਹੈ, ਪੁਲਿਸ ਵਾਲੇ ਹੈ, ਤੇ ਜਦੋਂ ਉਹਨਾਂ 'ਚ ਜੋਸ਼ ਭਰਨਾ ਹੁੰਦਾ ਤੇ ਉਦੋਂ ਇੱਕ ਸ਼ਬਦ ਹੀ ਹੈ ਨਾ, ਬਿਲਕੁਲ। ਤਾਂ ਬਸ ਉਹ ਤਾਂ ਸਾਡੇ ਪੰਜਾਬੀਆਂ ਦਾ ਤਾਂ ਇੱਕ ਸਿੱਧਾ ਹੀ ਹੈ ਨਾ, ਸਿੰਘਾਂ ਦਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਮੈਂ ਕਹਿੰਦਾ ਫਤਿਹ ਹੋ ਜਾਂਦੇ ਮੋਰਚੇ। ਆ ਫਲੱਡ ਆਏ, ਪਾਣੀ ਪੂਣੀ ਚੜ ਗਿਆ ਤੇ ਉਹ ਬੱਚਿਆਂ ਨੂੰ ਮੈਂ ਦੇਖਿਆ, ਜਵਾਨਾਂ ਨੂੰ ਪਾਣੀ ਦੇ ਵਿੱਚ ਜਾਂਦੇ ਆ ਤੇ ਬਸ ਜਕਾਰੇ ਬੋਲਦੇ ਜਾਂਦੇ ਆ ਤੇ ਅੱਗੇ ਲੰਘੀ ਜਾਂਦੇ ਆ, ਕੋਈ ਡਰ ਹੀ ਨਹੀਂ ਹੈ ਵੀ ਅੱਗੇ ਕੋਈ ਟੋਆ ਹੋਊਗਾ, ਕੋਈ ਖੱਡਾ ਹੋਊਗਾ, ਕੁਝ ਹੋਊਗਾ ਜੀ। ਤਾਂ ਕਮਾਲ ਦੀ ਗੱਲ ਹੈ, ਇਨਸਾਨ ਬਣੋ, ਇਨਸਾਨ ਬਣਨਾ ਜ਼ਰੂਰੀ ਹੈ। ਤੇ ਇਨਸਾਨ ਬਣਾਉਣ ਵਾਲਾ ਕੌਣ ਹੈ? ਗੁਰੂ ਹੈ। ਗੁਰੂ ਨੇ ਇਨਸਾਨ ਕਿਵੇਂ ਬਣਾ ਦੇਣਾ? ਉਹਦਾ ਡਰ ਖਤਮ ਕਰ ਦੇਣਾ। ਤੇ ਮੈਂ ਅਕਸਰ ਇਹ ਕਿਹਾ ਕਰਦਾ ਕਿ ਦੀਪਕ ਗੁਰੂ ਤੇ ਪਾਰਸ ਗੁਰੂ, ਬਸ ਤੁਸੀਂ ਫੈਸਲਾ ਤੁਸੀਂ ਕਰਨਾ ਵੀ ਦੀਪਕ ਗੁਰੂ ਬਣਨਾ ਹੈ ਕਿ ਪਾਰਸ ਗੁਰੂ ਬਣਨਾ। ਪਾਰਸ ਦੇਖੋ ਕੰਮ ਕੀ ਕਰਦਾ ਵੀ ਜਿਹੜਾ ਉਹਦੇ ਨਾਲ ਛੋ ਜਾਂਦਾ ਸੋਨਾ ਕਰ ਦਿੰਦਾ ਜੀ, ਪਰ ਦੀਪਕ ਕੀ ਕਰਦਾ ਵੀ ਜਿਹੜਾ ਉਹਦੇ ਨਾਲ ਛੋ ਜਾਂਦਾ ਉਹਦੇ ਵਰਗਾ ਹੀ ਹੋਰਾਂ ਨੂੰ ਚਾਨਣਾ ਕਰਨ ਲੱਗ ਦਿੰਦਾ, ਕਰ ਜਾਂਦਾ। ਔਰ ਸਾਡੇ ਕੋਲ ਸੱਚੀ ਮੁੱਚੀ ਅੱਜ ਪਾਰਸ ਗੁਰੂ ਬੈਠੇ। ਨਹੀਂ, ਸਹੀ ਗੱਲ ਹੈ। ਇਹ ਉਸ ਦੀ ਵੱਡਪਣ ਹੈ ਤੁਹਾਡਾ ਇਸ ਗੱਲ ਦਾ ਕਿ ਸਾਡੀ ਪਾਰਖੂ ਅੱਖ ਚਾਹੀਦੀ ਹੈ ਕਿ ਅਸੀਂ ਉਹਨਾਂ ਅਧਿਆਪਕਾਂ ਨੂੰ ਨਤਮਸਤਕ ਹੋਈਏ, ਉਹਨਾਂ ਦਾ ਸਤਿਕਾਰ ਕਰੀਏ, ਅਧਿਆਪਕਾਂ ਦਾ ਤਿਰਸਕਾਰ ਨਾ ਕਰੀਏ, ਤਾਂ ਫਿਰ ਉਹ ਦਿਨ ਦੂਰ ਨਹੀਂ ਹੈਗਾ ਤੇ ਚੰਦਰਮਾ ਤੱਕ ਹੀ ਮੈਂ ਕਹਿੰਦਾ ਪੂਰੇ ਵਿਸ਼ਵ ਦਾ ਗੁਰੂ ਹੋਊਗਾ ਸਾਡਾ ਭਾਰਤ। ਤੁਸੀਂ ਦੇਖਦੇ ਚੱਲੋ। ਇੱਕ ਉਹ ਵੀ ਤੁਹਾਡੇ ਕੋਲ ਇੱਕ ਪਲੇਟ ਜੀ ਪਈ ਹੋਈ ਹੈ, ਇਹ ਤੁਹਾਡੀ ਅੱਖ ਵੀ ਬੜੀ ਪਾਰਖੂ ਹੈ, ਤੁਸੀਂ ਵੀ ਇਹ ਚੀਜ਼ ਨੂੰ ਬੜਾ ਫਟਾਫਟ ਫੜ ਲੈਂਦੇ ਹੋ ਤੇ ਹੁਣ ਮੈਂ ਤੁਹਾਨੂੰ ਕਰੰਟ ਲਾ ਦੇਣਾ। ਅੱਛਾ ਜੀ। ਹਾਂ, ਤੇ ਹੁਣ ਤੁਹਾਡੇ ਮਨ 'ਚ ਕਿੰਨਾ ਡਰ ਹੈ? ਇਹਦਾ ਮਤਲਬ ਮੇਰਾ ਦਿਮਾਗ ਸੈੱਟ ਹੋ ਜਾਊਗਾ। ਨਹੀਂ ਦਿਮਾਗ ਤਾਂ ਤੁਹਾਡਾ ਸੈੱਟ ਹੀ ਆ। ਨੰਗੀ ਤਾਰ ਪਕੜੋ, ਪਰ ਮੈਂ ਦਰਸ਼ਕਾਂ ਨੂੰ ਕਹਿਦਾ ਕਿ ਕਦੇ ਵੀ ਨੰਗੀ ਤਾਰ ਫੜਨ ਦੀ ਕੋਸ਼ਿਸ਼ ਨਹੀਂ ਕਰਨੀ ਹੈ ਤੁਸੀਂ ਕਿਸੇ ਨੇ ਵੀ, ਠੀਕ ਹੈ। ਮੈਂ ਤੁਹਾਨੂੰ ਦੱਸਦਾ, ਅਸੀਂ ਇਹ ਦੋਏ ਨੰਗੀਆਂ ਤਾਰਾਂ ਪਕੜਾਂਗੇ ਤੇ ਹੁਣ ਜੋਗੀ ਜੀ ਸਾਡੇ ਨਾਲ ਕੀ ਪ੍ਰਯੋਗ ਕਰਦੇ ਆ ਅੱਜ ਦੇਖਦੇ ਹਾਂ। ਜੋਗੀ ਜੀ ਉਹ ਉਸ ਹੱਥ ਨਾਲ ਪਕੜੋ ਤਾਂ ਕਿ ਇਹ ਹੱਥ ਮੈਨੂੰ ਚਾਹੀਦਾ ਤੁਹਾਡਾ, ਆਹ ਵਾਲਾ ਹੱਥ। ਅੱਛਾ ਜੀ, ਉਹੀ ਗੱਲ ਨਾ ਹੋਵੇ। ਬਸ ਗਏ ਤੁਸੀਂ ਹੁਣ। ਦੇਖ ਆਹ ਡਰ ਹੈ, ਇਹ ਡਰ ਨੂੰ ਮੈਂ ਹੁਣ ਕੱਢ ਦੇਣਾ। ਪਕੜੋ 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 ਪਕੜੋ, ਇਹ ਲੋ ਜੀ। ਤੁਸੀਂ ਕੁਝ ਹੋਇਆ ਤਾਂ ਕੁਛ ਨਹੀਂ, ਉਹ ਹੋਊਗਾ, ਹਾਲੇ ਤਾਂ ਸਵਿਚ ਆਫ ਪਿਆ। ਲਿਆਓ ਆ ਦੂਜਾ ਹੱਥ, ਲਿਆਓ ਆ ਜੋਗੀ ਜੀ, ਪਕੜੀ ਰੱਖੋ। ਹੁਣ ਤੁਸੀਂ ਡਰੋ ਨਾ ਜਦ ਅਧਿਆਪਕ ਕੋਲ ਬੈਠੇ ਹੋ ਤਾਂ ਡਰ ਖਤਮ ਕਰਨਾ ਹੈ। ਆ ਲੋ ਜੀ। ਉਹ ਇਹ ਤਾਂ ਸਾਇਰਨ ਵੱਜ ਗਏ ਜੀ, ਇਹ ਤਾਂ ਖਤਰੇ ਦਾ ਕੋਈ ਬੋਲ ਗਿਆ। ਪਕੜੋ 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 ਪਕੜੋ। ਹੋਇਆ ਕੱਖ ਵੀ ਨਹੀਂ। ਇਹਨੂੰ ਕਹਿੰਦੇ ਜੀ ਸਰਕਟ, ਓਪਨ ਸਰਕਟ, ਕਲੋਜ਼ ਸਰਕਟ। ਹੁਣ ਜੋਗੀ ਜੀ ਤੁਹਾਡਾ ਮੱਥਾ ਨੇੜੇ ਕਰੋ, ਪੂਰੀ ਬਾਡੀ ਦੇ ਵਿੱਚ ਕਰੰਟ ਹੈ ਇਹਨਾਂ ਦੇ, ਇਹ ਚਾਰਜ ਦਾ ਫਲੋ ਕਰਨਾ ਪੂਰੀ ਬਾਡੀ ਦੇ ਵਿੱਚ, ਇਹ ਕਮਾਲ ਦੀਆਂ ਚੀਜ਼ਾਂ ਦੱਸ ਦਿੰਦਾ। ਲੇਕਿਨ ਮੈਂ ਇੱਥੇ ਨਾਲ ਦੀ ਨਾਲ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ ਜੋਗੀ ਜੀ। ਆ ਫਿਰ ਪੜਿਓ ਦੁਬਾਰਾ, ਨੇੜੇ ਕਰਿਓ ਮੱਥਾ, ਦੇਖੋ ਇੱਥੇ ਹੈ ਨਾ ਸਾਡੀ ਸਕਿਨ ਦੇ ਵਿੱਚ, ਕੇਸਾਂ ਤੇ ਨਹੀਂ ਹੈ, ਪ੍ਰੋਟੈਕਸ਼ਨ ਦਿੱਤੀ ਗਈ ਹੈ। ਸਾਡੇ ਦਿਮਾਗ ਦੇ ਵਿੱਚ ਨਿਊਰੋਨਸ, ਸਾਰਾ ਡਾਟਾ ਸਟੋਰ ਹੈ, ਇਹਨੂੰ ਬਚਾਉਣਾ ਵੀ ਤਾਂ ਹੈ ਨਾ। ਵਾਹ। ਤੇ ਕੇਸਾਂ ਤੋਂ ਸਾਨੂੰ ਬੱਚਤ ਕਿਵੇਂ ਮਿਲਦੀ ਹੈ? ਤਾਂ ਇਹ ਸਾਰੀਆਂ ਚੀਜ਼ਾਂ ਵਿਗਿਆਨ ਦੀਆਂ, ਇਹ ਮੈਂ ਨਹੀਂ ਕੋਈ ਬਣਾਈਆਂ ਹੈ। ਮੈਂ ਤਾਂ ਉਹਨਾਂ ਵਿਗਿਆਨੀਆਂ ਨੂੰ ਪੜ੍ਹਦਾ, ਸਮਝਦਾ, ਸੁਣਦਾ, ਲਿਖਦਾ। ਪਰ ਮੈਂ ਇੱਥੇ ਸਾਰਿਆਂ ਨੂੰ ਇਹ ਤਾਕੀਦ ਕਰਦਾ ਵੀ ਸਕੂਲੇ ਇਕੱਲਾ ਪੜ੍ਹਨ ਨਾ ਜਾਇਆ ਕਰੋ। ਮੈਂ ਬੱਚਿਆਂ ਨੂੰ ਪੁੱਛਦਾ ਤੂੰ ਸਕੂਲੇ ਕੀ ਕਰਨਾ ਸੀ? ਕਹਿੰਦੇ ਪੜ੍ਹਨਾ ਸੀ। ਮੈਂ ਕਿਹਾ ਗਲਤ ਗੱਲ, ਪੜ੍ਹਨ ਤਾਂ ਜਾਣਾ ਹੀ ਜਾਣਾ। ਪੜ੍ਹਨ ਦੇ ਨਾਲ ਤੁਹਾਡੇ 3 ਕੰਮ ਹੈ। ਪੜ੍ਹਨ ਦੇ ਨਾਲ ਤੁਸੀਂ ਸਿੱਖਣਾ, ਜੇ ਸਿੱਖਦੇ ਨਹੀਂ ਹੋ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਪੜ੍ਹਨ ਦੇ ਨਾਲ ਸਿੱਖਣਾ ਔਰ ਸਿੱਖਣ ਤੋਂ ਬਾਅਦ ਸਿਖਾਉਣਾ। ਬਿਲਕੁਲ ਜੀ। ਔਰ ਸੱਚੀ ਕਹਿੰਦੇ ਆਪਾਂ ਕੰਧਾਂ ਦੇ ਉੱਪਰ ਲਿਖਿਆ ਹੁੰਦਾ ਵੀ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਇਹ ਲਿਖਿਆ ਨਾ ਰਹਿ ਜੇ ਕੰਧਾਂ ਤੇ। ਫਿਰ ਮੈਂ ਇੱਥੇ ਇਹ ਗੱਲ ਕਹਿਦਾ ਕਿ ਸਾਡੇ ਦੇਸ਼ ਦੇ ਵਿੱਚ ਇਹ ਪ੍ਰਥਾ ਚੱਲਦੀ ਹੈ ਕਿ ਕੰਧਾਂ ਤੇ ਲਿਖਿਆ ਹੁੰਦਾ, ਕੀ ਲਿਖਿਆ ਹੁੰਦਾ ਵੀ ਉਸ ਕੰਧ ਤੇ ਲਿਖਿਆ ਹੈ, ਇਸ ਕੰਧ ਦੇ ਉੱਤੇ ਲਿਖਣਾ ਮਨਾ ਹੈ। ਉਹ ਵੀ ਭਾਈ ਪਹਿਲਾਂ ਤਾਂ ਤੂੰ ਹੀ ਲਿਖ ਰਿਹਾ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਅਸੀਂ ਕੰਮ ਜਿਹੜਾ ਹੈ ਉਹ ਸੋਚਣ ਤੋਂ ਬਾਅਦ ਜਿਹੜਾ ਹੈ। ਬਿਲਕੁਲ। ਤੇ ਸਮਾਂ ਸਾਡੇ ਕੋਲ ਬੜਾ ਘੱਟ ਹੈ। ਮੇਰਾ ਤਾਂ ਜੀ ਕਰਦਾ ਸੀ ਵੀ ਆਪਾਂ ਇਹਦੀ ਸਾਲ ਕ ਬੈਠੇ ਰਹਿੰਦੇ। ਨਹੀਂ, ਜਾਂਦੇ ਜਾਂਦੇ ਕੋਈ ਸੁਨੇਹਾ ਕੀ ਦੇਣਾ ਚਾਹੋਗੇ ਵਿਦਿਆਰਥੀਆਂ ਨੂੰ? ਸੁਨੇਹਾ ਵਿਦਿਆਰਥੀਆਂ ਨੂੰ ਇਹ ਹੈ ਵੀ ਆਪਣੇ ਮਾਤਾ ਪਿਤਾ ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨਾਲ ਪਿਆਰ ਕਰੋ। ਮੈਂ ਤਾਂ ਜ਼ਿੰਦਗੀ ਦੇ ਵਿੱਚ ਇਹੀ ਸਿੱਖਿਆ। ਮੇਰੇ ਗਾਈਡ ਮੈਨੂੰ ਜ਼ਿੰਦਗੀ ਦੇ ਵਿੱਚ ਜੋ ਮਿਲੇ ਸੰਤ ਗਿਆਨੀ ਮੋਹਨ ਸਿੰਘ ਜੀ, ਉਹਨਾਂ ਨੇ ਹਮੇਸ਼ਾ ਇਹ ਤਾਕੀਦ ਕਰਨੀ ਵੀ ਮੱਥਾ ਟੇਕਣਾ ਤਾਂ ਆਪਣੇ ਗੁਰੂ ਨੂੰ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ, ਮੇਰੇ ਕੋਲ ਕੁਛ ਨਹੀਂ ਹੈ। ਤੇ ਉਹ ਮੈਨੂੰ ਸਾਰਾ ਕੁਝ ਦੇ ਗਏ। ਮੇਰੇ ਪ੍ਰਯੋਗ ਉਹਨਾਂ ਨੇ ਖੁਦ ਦੇਖੇ ਔਰ ਮੈਨੂੰ ਕਹਿੰਦੇ ਵੀ ਤੂੰ ਸਹੀ ਕੰਮ ਕਰ ਰਿਹਾ, ਕਰੀ ਚੱਲ। ਮੈਨੂੰ ਪੜ੍ਹਨ ਲਾਇਆ। ਮੈਂ ਦੀਵੇ ਵੇਚਦਾ ਹੁੰਦਾ ਸੀਗਾ ਤੇ ਮੈਨੂੰ ਇਸ ਕੰਮ ਦੇ ਵਿੱਚ ਪੜ੍ਹਾਈ ਕਰਾ ਕੇ ਇੱਥੇ ਪਹੁੰਚਾਤਾ।
ਵਾਹ। ਉਹ ਗਾਈਡ ਹੈ, ਜਿਹੜਾ ਗੁਰੂ ਹੈ, ਉਹ ਸਭ ਕੁਝ ਕਰ ਸਕਦਾ ਹੈ। ਤੋਂ ਆਪਾਂ ਸਾਰੇ ਰਲ ਮਿਲ ਕੇ, ਮੇਰੀ ਤਾਂ ਤੁਹਾਨੂੰ ਬੇਨਤੀ ਹੈ, ਮੇਰੇ ਸੁਨੇਹੇ ਨਹੀਂ ਹੁੰਦੇ, ਮੇਰੀ ਤਾਂ ਬੇਨਤੀ ਹੁੰਦੀ ਹੈ ਵੀ ਜੇ ਤੁਸੀਂ ਆਪਣੇ ਬੱਚਿਆਂ ਵੱਲ ਫੋਕਸ ਕਰੋਗੇ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਇਹੀ ਬੱਚੇ ਚੰਗਿਆਰੀਆਂ ਬਣ ਕੇ ਚਾਨਣ ਫੈਲਾ ਰਹੇ ਹੋਣਗੇ ਔਰ ਭਾਰਤ ਜਿਹੜਾ ਹੈ ਉਹ ਵਿਸ਼ਵ ਗੁਰੂ ਬਣ ਰਿਹਾ ਹੋਊਗਾ। ਬਿਲਕੁਲ ਜੀ, ਭਾਰਤ ਵਿਸ਼ਵ ਗੁਰੂ ਬਣਨ ਵੱਲ ਲਗਾਤਾਰ ਚੱਲ ਵੀ ਰਿਹਾ, ਤੇ ਜੇਕਰ ਡਾਕਟਰ ਜਸਵਿੰਦਰ ਸਿੰਘ ਹੁਣਾਂ ਵਰਗੇ ਸਾਡੇ ਕੋਲ ਹੋਰ ਵਿਗਿਆਨੀ ਹੋਣਗੇ, ਵਿਗਿਆਨਿਕ ਸੋਚ ਵਾਲੇ ਅਧਿਆਪਕ ਹੋਣਗੇ ਤਾਂ ਉਹ ਦਿਨ ਬਹੁਤੀ ਦੂਰ ਨਹੀਂ। ਔਰ ਅੱਜ ਤੁਸੀਂ ਸਾਡੇ ਨਾਲ ਇਹ ਮਹੱਤਵਪੂਰਨ ਗੱਲਾਂ ਕੀਤੀਆਂ, ਸਾਡੇ ਕਪਾਟ ਖੁੱਲੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਧੰਨਵਾਦ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ, ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ। ਤੂੰ ਚੜ੍ਹ ਕੇ ਉਹ ਆਕਾਸ਼, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈਏ ਜਦੋਂ ਪਹੁੰਚਾ ਫੜ ਲੈਂਦੀਆਂ। ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈਏ ਜਦੋਂ ਪਹੁੰਚਾ ਫੜ ਲੈਂਦੀਆਂ।